ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ, ਸਮੇਂ-ਸਮੇਂ ਸਿਰ ਆਪਾਂ ਤੁਹਾਡੀ ਹੈਲਪ ਵਾਸਤੇ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਆ। ਇਹ ਸਭ ਕੁਝ ਤਾਂ ਹੀ ਪੋਸੀਬਲ ਹੈ ਸਭ ਤੁਹਾਡੇ ਸਾਰਿਆਂ ਦੇ ਸਾਥ ਕਰਕੇ ਤੇ ਦੂਜੀ ਪਰਮਾਤਮਾ ਦੀ ਮਿਹਰ ਕਰਕੇ। ਤਾਂ ਸੂਫੀਨਮ ਆਪਾਂ ਕਰ ਰਹੇ ਹਾਂ ਰਾਜੇ, ਜਿਹੜਾ ਕਿ ਤੁਹਾਡਾ ਸਿਲੇਬਸ ਦੇ ਵਿੱਚ ਹੈਗਾ ਸੂਫੀ ਕਾਵ। ਇਹਦੇ ਵਿੱਚ ਆਪਾਂ ਹੁਣ ਤੱਕ ਬਹੁਤ ਉੱਚ ਕੋਟੀ ਦੇ ਕਵੀ ਪੜ੍ਹ ਚੁੱਕੇ ਹਾਂ, ਚਾਹੇ ਆਪਾਂ ਬਾਬਾ ਫਰੀਦ ਦੀ ਗੱਲ ਕਰ ਲਈਏ, ਠੀਕ ਹੈ, ਸੁਲਤਾਨ ਬਾਹੂ ਦੀ ਗੱਲ ਕਰ ਲਈਏ। ਤਾਂ ਅੱਜ ਜਿਹੜੇ ਪੜ੍ਹਨ ਜਾ ਰਹੇ ਆ ਰਾਜੇ, ਉਹ ਵੀ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਨੇ। ਤਾਂ ਗੱਲਬਾਤ ਉਹੀ ਹੈ, ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੈ। ਜੇ ਵੀਡੀਓ ਵਧੀਆ ਲੱਗੂਗੀ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਨੱਪ ਕੇ ਜਾਇਓ, ਕਮੈਂਟ ਕਰਕੇ ਜਾਇਓ, ਜੋ ਮੈਂ ਕੁਐਸਚਨ ਪੁੱਛੂੰਗਾ ਸ਼ੇਅਰ ਕਰ ਦਿਆ ਕਰੋ ਰਾਜੇ, ਕਿਉਂਕਿ ਕਰ ਭਲਾ ਹੋ ਭਲਾ। ਤੇ ਨਾਲ ਸਬਸਕ੍ਰਾਈਬ ਦਾ ਬਟਨ ਜ਼ਰੂਰ ਨੱਪਿਓ, ਠੀਕ ਹੈ ਜੀ। ਤੁਹਾਡੇ ਲਾਈਕ ਕਮੈਂਟ ਮੇਰੇ ਵਾਸਤੇ એનર્ਜੀ ਦਾ ਕੰਮ ਕਰਦੇ ਆ, ਤਾਂ ਪਲੀਜ਼ ਜ਼ਰੂਰ ਇੱਕ ਹੰਬਲ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਕਰਕੇ ਜਾਇਆ ਕਰੋ। ਤਾਂ ਚਲੋ ਜੀ ਸਟਾਰਟ ਕਰਦੇ ਆ ਰਾਜੇ। ਪਿਛਲੀ ਦਿਨੀ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਬਹੁਤ ਹੀ ਸਤਿਕਾਰਯੋਗ, ਮੇਰੇ ਤੋਂ ਤਾਂ ਚਲੋ ਛੋਟੇ ਸੀਗੇ, ਛੋਟੇ ਵੀਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਜੀ ਦਾ ਹੋ ਗਿਆ ਸੀਗਾ ਦੇਹਾਂਤ, ਠੀਕ ਹੈ ਜੀ। ਤੇ ਉਦੋਂ ਚਲੋ ਹੋਇਆ ਬਹੁਤ ਮਾੜਾ। ਚਲੋ ਜਿਹੜਾ ਕੁਝ ਹੋਣਾ ਹੁੰਦਾ ਪਰਮਾਤਮਾ ਨੇ ਲਿਖਿਆ ਹੁੰਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਪਰ ਇੱਕ ਚੀਜ਼ ਦੀ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਕਿ ਜਦੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਬਾਅਦ ਫੇਸਬੁੱਕ ਦੇ ਉੱਪਰ ਇੱਕ ਚੀਜ਼ ਦੇਖਣ ਨੂੰ ਮਿਲੀ ਹੈ। ਉਹ ਚੀਜ਼ ਇਹ ਦੇਖਣ ਨੂੰ ਮਿਲੀ ਕਿ ਆਪਣਾ ਜਿਹੜਾ ਯੰਗ ਜਨਰੇਸ਼ਨ ਹੈਗੀ, ਆਪਣਾ ਜਿਹੜਾ ਯੂਥ ਹੈਗਾ, ਉਹ ਹਜੇ ਵੀ ਥੋੜਾ ਬਹੁਤਾ ਸਾਹਿਤ ਨਾਲ ਜੁੜਿਆ ਹੋਇਆ ਹੈ। ਤਾਂ ਉੱਥੇ ਕੁਝ ਸਤਰਾਂ ਹੈਗੀਆਂ ਨੇ, ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ। ਸਤਰਾਂ ਸਭ ਨੇ ਪੜ੍ਹੀਆਂ ਹੋਣਗੀਆਂ, ਬਟ ਕਿਸੇ ਨੂੰ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਵੀ ਉਹ ਸਤਰਾਂ ਕਿਹਨਾਂ ਨੇ ਲਿਖੀਆਂ ਸੀਗੀਆਂ, ਤੇ ਅੱਜ ਉਹਨਾਂ ਦੀ ਜੀਵਨੀ ਆਪਾਂ ਪੜ੍ਹਨੀ ਆ। ਤਾਂ ਉਹ ਸਤਰਾਂ ਤੁਹਾਨੂੰ ਮੈਂ ਦਿਖਾਉਣਾ ਰਾਜੇ, ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ। ਇਕਨਾਂ ਦੇ ਘਰ ਪੁੱਤ ਤੇ ਪੁੱਤਾਂ ਦੇ ਘਰ ਪੋਤਰੇ, ਇਕਨਾਂ ਦੇ ਘਰ ਪੁੱਤ ਪੁੱਤਾਂ ਦੇ ਘਰ ਪੋਤਰੇ, ਇਕਨਾਂ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ ਹੀ ਜੰਮ ਕੇ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਉਂਝ ਕਰ। ਇਹ ਸਾਰਿਆਂ ਨੇ ਪੜਿਆ ਆਪਾਂ, ਹਨਾ। ਆਪਾਂ ਪਿਛਲੇ ਦਿਨੀ ਆਪਾਂ ਜਦੋਂ ਆਪਣੇ ਛੋਟੇ ਵੀਰ ਸਿੱਧੂ ਮੂਸੇਵਾਲੇ ਜੀ ਦਾ ਹੋਇਆ ਸੀ ਦੇਹਾਂਤ, ਤਾਂ ਬਹੁਤ ਦੇਖੋ ਬਹੁਤ ਮਾੜੀ ਗੱਲ ਹੁੰਦੀ ਹੈ। ਵੈਸੇ ਤਾਂ ਹਰੇਕ ਆਪਣੇ ਮਾਂ-ਬਾਪ ਵਾਸਤੇ, ਚਾਹੇ ਆਪਾਂ ਦੋ ਭੈਣ ਭਰਾ, ਚਾਹੇ ਤਿੰਨ ਆ, ਚਾਹੇ ਆਪਾਂ ਇਕੱਲੇ ਆ, ਉਹਨਾਂ ਵਾਸਤੇ ਸਾਰੇ ਬਰਾਬਰ ਹੁੰਦੇ ਆ। ਕਈ ਵਾਰੀ ਚਲੋ ਦੁਨੀਆਦਾਰੀ 'ਚ ਆਪਾਂ ਕਹਿ ਦਿੰਦੇ ਆ ਕਿ ਇਹ ਦੋ ਬੱਚੇ ਹੋਣ ਤਾਂ ਚਲੋ ਕੋਈ ਗੱਲ ਨਹੀਂ, ਜੇ ਇੱਕ ਦੀ ਡੈਥ ਹੋ ਗਈ ਹੈ ਤਾਂ ਤੁਸੀਂ ਦੂਜੇ ਸਹਾਰੇ ਆਪਾਂ ਜ਼ਿੰਦਗੀ ਕੱਟ ਸਕਦੇ ਆ, ਬੁਢਾਪਾ ਕੱਟ ਸਕਦੇ ਆ। ਪਰ ਮਾਂ-ਬਾਪ ਨੂੰ ਉਨਾ ਹੀ ਦੁੱਖ ਹੁੰਦਾ, ਚਾਹੇ ਉਹ ਇੱਕ ਹੋਵੇ ਚਾਹੇ ਦੋ ਹੋਵੇ। ਪਰ ਜਿਨ੍ਹਾਂ ਦਾ ਇੱਕ ਹੀ ਹੋਵੇ ਰਾਜੇ, ਉਹ ਚਲਾ ਜਾਵੇ ਤਾਂ ਦੇਖੋ ਉਹ ਕਿੱਡਾ ਵੱਡਾ ਦੁੱਖ ਹੋਊਗਾ। ਉਹਨਾਂ ਦੇ ਵਾਸਤੇ ਕੋਈ ਸਹਾਰਾ ਹੀ ਨਹੀਂ ਬਚਿਆ। ਤਾਂ ਵਜੀਦ, ਬਾਬਾ ਵਜੀਦ ਦੇ ਬਾਰੇ ਆਪਾਂ ਪੜ੍ਹਨਾ ਰਾਜੇ। ਬਾਬਾ ਵਜੀਦ ਜੀ ਦੀਆਂ 17 ਸੀਗੀਆਂ ਜਿਹੜੀਆਂ ਤੁਸੀਂ ਪੜ੍ਹੀਆਂ ਨੇ ਰਾਜੇ। ਇਹ ਪੂਰੇ ਪ੍ਰੋਪਰ ਅਗਰ ਪੜ੍ਹਨਾ ਚਾਹੁੰਦੇ ਆ ਤਾਂ ਮੈਂ ਟੈਲੀਗ੍ਰਾਮ ਤੇ ਵੀ ਸ਼ੇਅਰ ਕਰ ਦੂੰਗਾ। ਬਹੁਤ ਵੱਡੀ ਮਤਲਬ ਕਿ ਕਾਫੀ ਹੈ, ਇਹ ਬਹੁਤ ਅੱਛੀ ਹੈ। ਮਤਲਬ ਇਹ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਹੜਾ ਆਪਣਾ ਸਾਹਿਤ ਹੈ ਰਾਜੇ, ਦੇਖੋ ਅੱਜ ਕੱਲ ਵਾਂਗੂ ਨਹੀਂ ਕਿ ਮੈਂ ਚੱਕ ਦੂੰਗਾ, ਮੈਂ ਥਲ ਦੂੰਗਾ, ਮੈਂ ਉਹ ਕਰ ਦੂੰਗਾ, ਮੈਂ ਇਉਂ ਕਰ ਦੂੰਗਾ। ਕਈ ਬਹੁਤ ਮਤਲਬ ਕਿ ਕਿਸੇ ਟਾਈਮ ਹੀ ਚੰਗਾ ਲੱਗਦੀਆਂ ਚੀਜ਼ਾਂ, ਕੁਝ ਟਾਈਮ ਵਾਸਤੇ, ਜੇ ਆਪਾਂ ਮੰਨ ਲਓ 10 ਮਿੰਟ ਵਾਸਤੇ ਸੁਣ ਲਾਂਗੇ, ਘੰਟੇ ਵਾਸਤੇ ਸੁਣ ਲਾਂਗੇ। ਬਟ ਜੇ ਲੌਂਗ ਟਰਮ ਆਪਣੀ ਆਤਮਾ ਨੂੰ ਸਕੂਨ ਦੇਣਾ, ਆਪਣੀ ਆਤਮਾ ਨੂੰ ਖੁਰਾਕ ਦੇਣੀ ਹੈ, ਤਾਂ ਆਪਾਂ ਨੂੰ ਸਾਹਿਤ ਪੜ੍ਹਨਾ ਚਾਹੀਦਾ ਮੇਰੇ ਹਿਸਾਬ ਨਾਲ। ਬਾਕੀ ਹਰ ਇੱਕ ਕਿਤਾਬ ਦਾ ਆਪਣਾ ਟੇਸਟ ਹੈ। ਚਲੋ ਸਟਾਰਟ ਕਰਦੇ ਹਾਂ ਰਾਜੇ, ਠੀਕ ਹੈ ਜੀ। ਤੇ ਜਿਹੜੀਆਂ ਇਹ 17 ਹੈਗੀਆਂ ਰਾਜੇ, ਇਹਦੇ ਵਿੱਚ ਨਾ ਥੋੜਾ ਜਿਹਾ ਮਤਭੇਦ ਵੀ ਹੈਗਾ, ਪਾਠ ਭੇਦ ਜਿਹਨੂੰ ਕਹਿ ਦਿੰਦੇ ਆਪਾਂ। ਕਈ ਵਾਰੀ ਇੰਜ ਦੀ ਥਾਂ ਤੇ ਔਂ ਲਿਖਿਆ ਹੁੰਦਾ, ਤੇ ਉਂਝ ਦੀ ਥਾਂ ਤੇ ਸਾਹਿਬ ਦੀ ਥਾਂ ਤੇ ਸਾਈਂ ਸ਼ਬਦ ਲਿਖਿਆ ਮਿਲਦਾ। ਕਹਿਣ ਦਾ ਮਤਲਬ ਜਿਵੇਂ ਮੈਂ ਲਿਖਿਆ ਨਾ ਇੱਥੇ ਇੰਜ ਨਹੀਂ ਉਂਝ ਕਰ, ਤਾਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਕੀ ਆ, ਮਤਭੇਦ ਵੀ ਮਿਲਦੇ ਨੇ, ਪਾਠ ਭੇਦ ਵੀ ਮਿਲਦੇ ਨੇ। ਤਾਂ ਗੱਲ ਕਰਦੇ ਹਾਂ ਜੀ ਬਾਬਾ ਵਜੀਦ ਜੀ ਦੀ। ਇਹਨਾਂ ਦਾ ਜਿਹੜਾ ਲਿਖਿਆ ਗਿਆ ਰਾਜੇ, ਟਾਈਮ ਪੀਰੀਅਡ 1525 ਤੋਂ 1585 ਹੈ। ਤੇ ਕਿਰਪਾ ਕਰਕੇ ਮੈਂ ਬਾਰ-ਬਾਰ ਬੱਚਿਆਂ ਨੂੰ ਕਹਿ ਰਿਹਾ, ਜੋ ਮੈਂ ਕਰਾ ਰਿਹਾ ਰਾਜੇ ਅਥੈਂਟਿਕੇਟ ਹੈ। ਮੈਂ ਬਹੁਤ ਮਿਹਨਤ ਕਰਕੇ ਇਹ ਤਿਆਰ ਕਰਦਾ, ਘੱਟੋ ਘੱਟ 4-5 ਘੰਟੇ ਲਾ ਕੇ। ਤਾਂ ਚੱਕਰਾਂ 'ਚ ਨਾ ਪਿਆ ਕਰੋ, ਕਦੇ ਵੀ ਗੂਗਲ ਨਹੀਂ ਕਰਨਾ ਤੁਸੀਂ, ਠੀਕ ਹੈ। ਜੋ ਮੈਂ ਲਿਖਵਾ ਰਿਹਾ ਡੇਟਸ ਗੂਗਲ ਨਹੀਂ ਕਰਨੀਆਂ ਗੀਆਂ, ਠੀਕ ਹੈ। ਇਹ ਬਿਲਕੁਲ ਅਥੈਂਟਿਕੇਟ ਡੇਟਸ ਨੇ, ਇਹ ਇੱਕ ਸੋਰਸ ਨਹੀਂ ਹੈਗਾ। ਜੇ ਤੁਹਾਨੂੰ ਮੈਂ ਦੱਸਣਾ ਚਾਹਾਂ ਤਾਂ ਇੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਹੁੰਦੀਆਂ ਰਾਜੇ, ਉਹਦੇ ਵਿੱਚ ਵੱਡੇ-ਵੱਡੇ ਡਾਕਟਰੇਟ ਲੈਵਲ ਦੇ ਜਿਹੜੇ ਬੰਦੇ ਹੁੰਦੇ ਆ, ਉਹ ਤਿਆਰ ਕਰਦੇ ਆ। ਕੁਝ ਜਿਹੜੇ ਵਿਦਵਾਨ ਹੁੰਦੇ ਆ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਹੁੰਦੀਆਂ ਨੇ, ਮੈਂ ਉਹਨਾਂ ਨੂੰ ਦੇਖਦਾ। ਕੁਝ ਇਤਿਹਾਸ ਦੇ ਵਿੱਚ ਨਿਗਾਹ ਮਾਰਦੇ ਆ। ਤਾਂ ਜਿਹੜਾ ਇਹਨਾਂ ਦਾ ਡੇਟ ਆਫ ਜਿਹੜਾ ਮਿਲਦਾ, ਟਾਈਮ ਪੀਰੀਅਡ ਮਿਲਦਾ ਹੈ ਇਹਨਾਂ ਦੇ ਜੀਵਨ ਕਾਲ ਦਾ, 1525 ਤੋਂ 1585 ਹੈ। ਤਾਂ ਗੂਗਲ ਨਾ ਕਰਿਆ ਕਰੋ ਰਾਜੇ, ਯਕੀਨ ਰੱਖੋ ਕੁਝ ਗਲਤ ਨਹੀਂ ਕਰਵਾਉਂਗਾ, ਠੀਕ ਹੈ। ਮਿਹਨਤ ਕਰਕੇ ਕਰਵਾਉਂਗਾ, ਤਾਂ ਹੀ ਤਾਂ ਦੇਖੋ 1-2 ਦਿਨ ਦੇ ਬਾਅਦ ਆਉਂਦੀ ਹੈ ਵੀਡੀਓ, ਨਹੀਂ ਤਾਂ ਕਾਪੀ ਪੇਸਟ ਮਾਰਨਾ ਹੋਵੇ ਤਾਂ ਜਿੱਥੋਂ ਮਰਜ਼ੀ ਮਾਰ ਲਈਏ, ਠੀਕ ਹੈ। ਤਾਂ ਗੱਲ ਕਰਦੇ ਹਾਂ ਜੀ ਹੁਣ ਬਾਬਾ ਵਜੀਦ ਜੀ ਦੇ ਬਾਰੇ। ਤਾਂ ਆ ਚਲੋ ਆਪਾਂ ਪਤਾ ਹੀ ਆਪਣੇ ਛੋਟੇ ਵੀਰ ਹਨਾ, ਇਹਨਾਂ ਦੇ ਕਰਕੇ ਆ 17 ਤੁਹਾਡੇ ਤੁਹਾਨੂੰ ਸੁਣਨ ਨੂੰ ਮਿਲੀਆਂ ਹੋਣਗੀਆਂ ਫੇਸਬੁੱਕ ਦੇ ਉੱਪਰ, ਸਿੱਧੂ ਮੂਸੇਵਾਲੇ ਜੀ ਦੇ ਕਰਕੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਰਾਜੇ, ਹੁਣ ਆਪਾਂ ਪੜ੍ਹਨਾ ਬਾਬਾ ਵਜੀਦ ਜੀ ਦੇ ਬਾਰੇ।
ਬਾਬਾ ਵਜੀਦ ਜੀ ਕਹਿੰਦੇ ਜੀ ਇੱਕ ਪੰਜਾਬੀ ਸੂਫੀ ਕਵੀ ਸੀਗੇ। ਆਪਾਂ ਨੂੰ ਪਤਾ ਹੀ ਆ ਰਾਜੇ, ਦੇਖੋ ਆਪਾਂ ਸੂਫੀ ਕਾਵਿ ਪੜ੍ਹ ਰਹੇ ਹਾਂ, ਲੇਕਿਨ ਤੁਸੀਂ ਧਿਆਨ ਰੱਖਣਾ ਜਦੋਂ ਐਗਜ਼ਾਮ ਦੇ ਵਿੱਚ ਪੁੱਛਣਗੇ ਤਾਂ ਦਿਮਾਗ 'ਚ ਹੋਣਾ ਚਾਹੀਦਾ ਹੈ। ਤਾਂ ਜੇ ਆਪਾਂ ਹੁਣ ਤੱਕ ਗੱਲ ਕਰੀਏ ਜਿਹੜੇ ਪ੍ਰਸਿੱਧ ਪੰਜਾਬੀ ਸੂਫੀ ਸੰਤ ਹੋਏ ਨੇ, ਚਾਹੇ ਬਾਬਾ ਫਰੀਦ ਜੀ ਹੋਏ ਨੇ, ਆਪਾਂ ਸੂਫੀ ਸੰਤ ਕਵੀ ਕਹਿੰਦੇ ਆ, ਸ਼ਾਹ ਹੁਸੈਨ ਜੀ ਪੜ੍ਹ ਲਏ ਆਪਾਂ, ਸੁਲਤਾਨ ਬਾਹੂ ਜੀ ਪੜ੍ਹ ਲਏ ਆਪਾਂ, ਅਲੀ ਹੈਦਰ, ਫਰਦ ਫਕੀਰ, ਗੁਲਾਮ ਫਰੀਦ ਜੀ ਆਪਾਂ ਅੱਜ ਪੜਾਂਗੇ। ਤਾਂ ਕਹਿਣ ਦਾ ਮਤਲਬ ਇਹਨਾਂ ਵਿੱਚ ਇਹਨਾਂ ਦਾ ਵੀ ਮਹੱਤਵਪੂਰਨ ਨਾਮ ਆਉਂਦਾ ਬਾਬਾ ਵਜੀਦ ਜੀ ਦਾ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ ਜਿਹੜੇ ਬਾਬਾ ਵਜੀਦ ਜੀ ਸੀਗੇ ਰਾਜੇ, ਉਹ ਪਠਾਨ ਸੀਗੇ। ਠੀਕ ਹੈ, ਜਿਵੇਂ ਹੁਣ ਤੁਹਾਨੂੰ ਮੈਂ ਲਾਸਟ ਵੱਖਰੇ ਪੜਾਇਆ ਸਾਰਾ ਕੁਝ, ਤਾਂ ਇਹ ਖਾਂ ਪਠਾਨ ਸੀਗੇ। ਪਠਾਨ ਠੀਕ ਹੈ ਮੁਸਲਮਾਨਾਂ ਦੇ ਵਿੱਚ ਹੀ ਆਉਂਦੇ ਆ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਬਾਬਾ ਵਜੀਦ ਜੀ ਦੇ ਬਾਰੇ, ਇਹ ਹੁਣ ਦੇਖੋ ਤੁਹਾਨੂੰ ਮੈਂ ਇੱਥੇ 2 ਚੀਜ਼ਾਂ ਦੱਸ ਕੇ ਜਾਊਂਗਾ, ਤੁਸੀਂ ਯਾਦ ਇਹੀ ਰੱਖਣਾ 1525 ਤੋਂ ਲੈ ਕੇ 1585। ਠੀਕ ਹੈ, ਪਰ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲੂਗੀ, ਗੂਗਲ ਤੇ ਵੀ ਮਿਲ ਜੂਗੀ। ਠੀਕ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬਾਂ 'ਚ ਵੀ ਮਿਲ ਜੂਗੀ। ਇੱਕ ਪ੍ਰਸਿੱਧ ਆਪਣੇ ਵਿਦਵਾਨ ਹੋਏ ਨੇ ਜਿਹਨੂੰ ਆਪਾਂ ਖੋਜੀ ਕਹਿ ਸਕਦੇ ਹਾਂ, ਡਾਕਟਰ ਮੋਹਨ ਸਿੰਘ ਜੀ। ਉਹਨਾਂ ਨੇ ਕਿਹਾ ਜਿਹੜਾ ਬਾਬਾ ਵਜੀਦ ਜੀ ਦਾ ਸਮਾਂ ਹੈਗਾ ਉਹ 1550 ਤੋਂ ਲੈ ਕੇ 1650 ਹੈ। ਠੀਕ ਹੈ, ਉਹਨਾਂ ਨੇ ਕਿਹਾ, ਮਤਲਬ ਹਰੇਕ ਇਤਿਹਾਸਕਾਰ ਆਪਣੀ ਕੀ ਕਰਦਾ, ਖੋਜ ਕਰਦਾ ਤਾਂ ਉਹਨੂੰ ਅਲੱਗ-ਅਲੱਗ ਟਾਈਮ ਪੀਰੀਅਡ ਮਿਲਦਾ। ਬਟ ਜਿਹੜਾ ਜ਼ਿਆਦਾ ਅਥੈਂਟੀਕੇਟ ਹੈਗਾ, ਜਿਹੜਾ ਬਿਲਕੁਲ 101% ਹੈ ਰਾਜੇ, ਉਹ ਹੈਗਾ 1525 ਤੋਂ 1585। ਜੇ ਤੁਹਾਨੂੰ ਪੇਪਰ 'ਚ ਪੁੱਛਿਆਗਾ ਤੁਸੀਂ ਇਹਦੇ ਅਕੋਰਡਿੰਗ ਆਨਸਰ ਲਾਉਣਾ ਹੈ। ਇਹ ਸਿਰਫ ਤੁਹਾਡੀ ਨੌਲੇਜ ਵਾਸਤੇ ਮੈਂ ਦੱਸ ਰਿਹਾ। ਤਾਂ ਇਹਨਾਂ ਦੇ ਅਕੋਰਡਿੰਗ ਉਹ ਕਹਿੰਦੇ ਜਿਹੜੇ ਵਜੀਦ ਜੀ ਹੋਏ ਨੇ ਉਹ ਜਲੰਧਰ ਦੇ ਵਿੱਚ ਹੋਏ ਨੇ, ਮਤਲਬ ਕਿ ਉਹਨਾਂ ਦਾ ਜਿਹੜਾ ਜਨਮ ਭੂਮੀ ਸੀਗੀ ਉਹ ਜਲੰਧਰ ਸੀਗੀ। ਪਰ ਇਹਨੂੰ ਮਤਲਬ ਕਿ ਬਹੁਤੇ ਵਿਦਵਾਨਾਂ ਨੇ ਕੀ ਕਰਤਾ, ਇਨਕਾਰ ਕਰਤਾ, ਇਹਨੂੰ ਕੀ ਨਕਾਰਤਾ। ਜਿਹੜਾ ਹੁਣ ਮੰਨਦੇ ਕੀ ਆ, ਉਹ ਵਿਦਵਾਨ ਮੰਨਦੇ ਆ ਕਿ ਆਪ ਜੀ ਦਾ ਜਨਮ ਕਹਿੰਦੇ 1718 ਈਸਵੀ ਨੂੰ ਹੋਇਆ ਸੀ ਕਾਬਲ ਵਿਖੇ। ਤਾਂ ਹੁਣ ਕੁਝ ਵਿਦਵਾਨ ਇਹ ਮੰਨਦੇ ਆ, ਪਰ ਹੁਣ ਇੱਥੇ 1718 ਵੀ ਆਪਾਂ ਨਹੀਂ ਮੰਨਣਾਗਾ। ਠੀਕ ਹੈ, ਆਪਾਂ ਕੀ ਮੰਨਣਾ, ਬਸ ਇਹਨਾਂ ਜਿਹੜਾ ਜਨਮ ਹੋਇਆ ਸੀ ਰਾਜੇ ਉਹ ਕਾਬਲ ਵਿਖੇ ਹੋਇਆ ਸੀਗਾ। ਠੀਕ ਹੈ, ਇਹ ਬਿਲਕੁਲ ਠੀਕ ਹੈ, ਅਥੈਂਟੀਕੇਟ ਹੈ। ਆਹ ਟਾਈਮ ਪੀਰੀਅਡ ਤੇ ਆਹ ਜਨਮ ਸਥਾਨ ਤੁਸੀਂ ਯਾਦ ਰੱਖਣਾ। ਵੈਸੇ ਜਦੋਂ ਵੀ ਕਦੇ ਇਦਾਂ ਦੀ ਗੱਲ ਹੁੰਦੀ ਹੈ, ਐਗਜ਼ਾਮੀਨਰ ਕਦੇ ਇਦਾਂ ਦਾ ਕੁਐਸਚਨ ਨਹੀਂ ਪਾਊਗਾ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਪੇਪਰ ਦੇ ਉੱਪਰ ਕੁਐਸਚਨ ਦੇ ਉੱਪਰ ਆਬਜੈਕਸ਼ਨ ਲੱਗ ਸਕਦੀ ਹੈ। ਤਾਂ ਚਲੋ ਜੀ ਆਪਾਂ ਨੈਕਸਟ ਪੜ੍ਹਦੇ ਹਾਂ। ਇਹਨਾਂ ਦੇ ਜਨਮ ਕਾਲ ਬਾਰੇ ਮੈਂ ਦੱਸਤਾ, ਜੋ ਤੁਹਾਡੇ ਦਿਮਾਗ ਦੇ ਵਿੱਚ ਡਾਊਟ ਆਉਣੇ ਆ। ਠੀਕ ਹੈ, ਜੇ ਆ ਵੀ ਰਹੇ ਆ ਤੁਸੀਂ ਕਮੈਂਟ ਕਰ ਸਕਦੇ ਹੋ, ਵੈਸੇ ਮੈਂ ਤੁਹਾਨੂੰ ਕਲੀਅਰ ਕਰਤਾ। ਨੈਕਸਟ ਆਪਾਂ ਦੇਖਦੇ ਹਾਂ ਜੀ, ਜਿਹੜੀ ਮੇਨ ਗੱਲ ਹੈ, ਇਹਨਾਂ ਦਾ ਪੂਰਾ ਨਾਮ ਕੀ ਸੀਗਾ। ਇਹਨਾਂ ਦਾ ਨਾਮ ਸੀਗਾ ਜੀ ਅਬੂ ਬਾਇਜੀਦ ਤੈਫੂਰ ਬਿਨ ਇਸਿਆਲ ਬਿਸਤਾਮੀ। ਠੀਕ ਹੈ ਜੀ, ਬਿਸਤਾਮੀ ਹੁਣ ਕਿਉਂ ਕਹਿੰਦੇ ਇਹਨਾਂ ਨੂੰ ਮੈਂ ਦੱਸਦਾ ਅੱਗੇ ਜਾ ਕੇ। ਤਾਂ ਇਹ ਇਹਨਾਂ ਦਾ ਕੀ ਹੈ ਰਾਜੇ, ਪੂਰਾ ਨਾਮ ਹੈ ਬਾਬਾ ਵਜੀਦ ਜੀ ਦਾ। ਇਹ ਯਾਦ ਰੱਖ ਲਿਓ, ਕਈ ਵਾਰੀ ਪੂਰੇ ਨਾਮ ਤੇ ਬਹੁਤ ਕੁਐਸਚਨ ਆਉਂਦੇ ਆ। ਤਾਂ ਕਹਿੰਦਾ ਜੀ ਵਜੀਦ ਜੀ ਦਾ ਜਿਹੜਾ ਨਾਮ ਸੀਗਾ ਬਾਇਜੀਦ ਬਿਸਤਾਮੀ, ਲਿਖਣ ਕਰਕੇ ਕਹਿੰਦਾ ਜੀ 2 ਵੱਖਰੇ ਨਾਂ ਹੋਣ ਦਾ ਭੁਲੇਖਾ ਪੈਂਦਾ ਹੈ। ਤਾਂ ਇਤਿਹਾਸਕਾਰ ਕਹਿੰਦੇ ਆ ਕਿ ਇਹਨਾਂ ਦਾ ਜਿਹੜੇ ਪੂਰਾ ਨਾਮ ਹੋਣ ਕਰਕੇ ਨਾ, ਇਹਦੇ ਨਾਮ ਦੇ ਪਿੱਛੇ, ਬਾਬਾ ਜੀ ਦੇ ਨਾਮ ਦੇ ਪਿੱਛੇ ਬਿਸਤਾਮੀ ਲਿਖਣ ਕਰਕੇ ਕਿ ਕਈ ਜਗ੍ਹਾ ਤੇ ਭੁਲੇਖਾ ਪੈ ਗਿਆ ਇਤਿਹਾਸਕਾਰਾਂ ਨੂੰ ਕਿ ਇਹ 2 ਬੰਦੇ ਅਲੱਗ-ਅਲੱਗ ਬੰਦੇ ਨੇ, ਪਰ ਇਹ ਇੱਕ ਹੀ ਬੰਦਾ ਹੈ ਜੀ, ਉਹਨਾਂ ਦਾ ਪੂਰਾ ਨਾਮ ਹੈ। ਤਾਂ ਨੈਕਸਟ ਅਗਰ ਆਪਾਂ ਦੇਖੀਏ, ਕਹਿੰਦੇ ਜੀ ਜਿਹੜੇ ਵਜੀਦ ਜੀ ਦਾ ਜਿਹੜਾ ਜਨਮ ਹੋਇਆ ਕਾਬਲ ਵਿਖੇ, ਕਹਿੰਦਾ ਜੀ ਉੱਥੇ ਇੱਕ ਸਥਾਨ ਹੈ ਬਿਸਤਾਮੀ, ਉਦਾਂ ਕਰਕੇ ਇਹਨਾਂ ਨਾਮ ਦੇ ਪਿੱਛੇ ਬਿਸਤਾਮੀ ਪਿਆ। ਹੁਣ ਜਿਵੇਂ ਆਪਾਂ ਹੁਣੇ ਪੜ੍ਹ ਕੇ ਹਟੇ ਆ ਸਿੱਧੂ ਮੂਸੇਵਾਲਾ, ਤਾਂ ਉਹਨਾਂ ਦਾ ਨਾਮ ਪਿੱਛੇ ਕੀ, ਉਹਨਾਂ ਦਾ ਪਿੰਡ ਦਾ ਨਾਮ ਹੈ। ਤਾਂ ਇਸ ਤਰ੍ਹਾਂ ਜਿਹੜੇ ਆਪਣੇ ਬਹੁਤ ਪ੍ਰਸਿੱਧ ਵਿਅਕਤੀ ਹੋਏ ਨੇ, ਚਾਹੇ ਉਹ ਕਵੀ ਹੈ ਚਾਹੇ ਕੋਈ ਸਿੰਗਰ ਹੈ, ਉਹਨਾਂ ਦੇ ਨਾਮ ਪਿੱਛੇ ਜ਼ਿਆਦਾਤਰ ਉਹਨਾਂ ਦਾ ਕੀ ਹੁੰਦਾ, ਪਿੰਡ ਦਾ ਨਾਮ ਹੁੰਦਾ ਹੈ। ਤਾਂ ਐਵੇਂ ਰਾਜੇ ਬਿਸਤਾਮੀ ਕੀ ਇਹਨਾਂ ਦਾ ਇੱਕ ਸਥਾਨ ਸੀ ਜਿੱਥੇ ਜਨਮ ਹੋਇਆ ਸੀ ਕਾਬਲ ਦੇ ਵਿੱਚ। ਤਾਂ ਇਹਨਾਂ ਇਸੇ ਕਰਕੇ ਇਹਨਾਂ ਨੂੰ ਕੀ ਕਹਿੰਦੇ ਆ ਜੀ, ਬਾਇਜੀਦ ਬਿਸਤਾਮੀ ਕਹਿੰਦੇ ਆ। ਕਲੀਅਰ ਹੋ ਗਿਆ ਬਿਸਤਾਮੀ ਕੀ ਹੈ। ਨੈਕਸਟ ਅਗਰ ਆਪਾਂ ਦੇਖੀਏ, ਇਹਨਾਂ ਜਿਹੜੀ ਰਚਨਾਵਾਂ ਰਾਜੇ ਉਹ ਪੰਜਾਬੀ ਦੇ ਵਿੱਚ ਵੀ ਮਿਲਦੀਆਂ ਤੇ ਹਿੰਦੀ ਵਿੱਚ ਵੀ ਮਿਲਦੀਆਂ ਨੇ। ਤੁਸੀਂ ਪਿੱਛੇ ਦੇਖਿਆ ਹੋਊਗਾ ਰਾਜੇ, ਜ਼ਿਆਦਾਤਰ ਆਪਾਂ ਅਰਬੀ ਭਾਸ਼ਾ ਦੇਖੀ ਹੈ, ਸੰਸਕ੍ਰਿਤ ਦੇਖੀ ਆ, ਪਰ ਇੱਥੇ ਆਪਾਂ ਹਿੰਦੀ ਪੜ੍ਹ ਰਹੇ ਹਾਂ ਹਨਾ। ਤਾਂ ਇਹ ਉਹ ਕਵੀ ਨੇ ਜਿਨ੍ਹਾਂ ਦੀਆਂ ਜਿਹੜੀਆਂ ਕਾਫੀਆਂ ਹੈਗੀਆਂ ਹਿੰਦੀ ਦੇ ਵਿੱਚ ਵੀ ਮਿਲਦੀਆਂ, ਪਰ ਉੱਥੇ ਉਹਨਾਂ ਨੂੰ ਕਾਫੀਆਂ ਨਹੀਂ ਕਹਿੰਦੇ, ਉਹਨਾਂ ਨੂੰ ਹੋਰ ਕੁਝ ਕਹਿੰਦੇ ਨੇ। ਉਹ ਤੁਹਾਨੂੰ ਮੈਂ ਦੱਸੂਗਾ ਕੀ ਕਹਿੰਦੇ ਆ, ਉੱਥੋਂ ਹੀ ਕੁਐਸਚਨ ਆਉਂਦਾ ਹੁੰਦਾ। ਤਾਂ ਕਹਿੰਦਾ ਜੀ ਵਜੀਦ ਜੀ ਦੀ ਰਚਨਾ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਦੇ ਵਿੱਚ ਮਿਲਦੀ ਹੈ। ਇਹਨਾਂ ਦੇ ਹਿੰਦੀ ਵਿੱਚ 100-150 ਦੇ ਲਗਭਗ ਅੜਿਲ ਮਿਲਦੇ ਆ। ਇੱਥੇ ਰਾਜੇ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਰਚਨਾਵਾਂ ਹੈਗੀਆਂ ਉਹਨਾਂ ਨੂੰ ਕੀ ਕਹਿ ਦਿੰਦੇ ਆ, ਅੜਿਲ। ਠੀਕ ਹੈ, ਅੜਿਲ ਸ਼ਬਦ ਤੁਸੀਂ ਜੇ ਗੁਰਬਾਣੀ ਪੜ੍ਹਦੇ ਹੋਵੋਗੇ ਤੁਸੀਂ ਉੱਥੇ ਜ਼ਰੂਰ ਸੁਣਿਆ ਹੋਊਗਾ ਰਾਜੇ, ਕੱਬਿਓ ਬਾਤ ਬੇਨਤੀ ਚੌਪਈ ਦੇ ਵਿੱਚ ਆਉਂਦਾ ਹੁੰਦਾ ਅੜਿਲ। ਠੀਕ ਹੈ ਜੀ, ਤਾਂ ਹਿੰਦੀ ਦੀ ਜਿਹੜੀ ਰਚਨਾ ਹੁੰਦੀ ਹੈ ਰਾਜੇ ਉਹਨੂੰ ਅੜਿਲ ਕਹਿੰਦੇ ਆ। ਇਹਨਾਂ ਦੇ ਅਕੋਰਡਿੰਗ, ਸੂਫੀ ਕਾਵਿ ਦੇ ਅਕੋਰਡਿੰਗ ਕਹਿ ਰਿਹਾ ਮੈਂ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਜਾਂ ਗੁਟਕਾ ਸਾਹਿਬ ਦੇ ਅਕੋਰਡਿੰਗ ਉਹ ਅਲੱਗ ਉਹਨਾਂ ਦਾ ਮੀਨਿੰਗ ਹੈ, ਪਰ ਮੈਂ ਇਹਨਾਂ ਦੇ ਅਕੋਰਡਿੰਗ ਦੱਸ ਰਿਹਾ। ਠੀਕ ਹੈ ਜੀ, ਤਾਂ 150 ਦੇ ਲਗਭਗ ਇਹਨਾਂ ਨੇ ਅੜਿਲ ਲਿਖਿਆ ਰਾਜੇ। ਅੜਿਲ ਇੱਕ ਹਿੰਦੀ ਦੀ ਰਚਨਾ ਹੈ। ਤਾਂ ਕਹਿੰਦਾ ਜੀ ਇਹਨਾਂ ਨੇ ਇੱਕ ਹੋਰ ਵੀ ਲਿਖਿਆ ਜਿਹੜਾ ਤੁਹਾਨੂੰ ਮੈਂ ਹੁਣੇ ਪੜ੍ਹਾ ਕੇ ਹਟਿਆ ਰਾਜੇ। ਕਹਿੰਦਾ ਜੀ ਇਹਨਾਂ ਨੇ ਪੰਜਾਬੀ ਦੇ ਵਿੱਚ ਚੌਤੱਕੇ ਪਦਾਂ ਵਾਲੀ ਰਚਨਾ ਨੂੰ ਸ਼ਲੋਕ ਕਿਹਾ ਜਾਂਦਾ ਹੈ। ਤਾਂ ਜਿਹੜੇ ਇਹਨਾਂ ਨੇ ਦੇਖੋ ਆ ਲਿਖੇ ਆ, ਇਹਨਾਂ ਨੂੰ ਆਪਾਂ ਸ਼ਲੋਕ ਕਹਿੰਦੇ ਆ ਰਾਜੇ, ਜਿਨ੍ਹਾਂ ਦੇ ਅੰਤ ਵਿੱਚ ਵਜੀਦਾ ਕੌਣ ਸਾਹਿਬ ਨੂੰ ਆਖੇ। ਠੀਕ ਹੈ, ਇਹ ਤੁਹਾਨੂੰ ਮੈਂ ਪੜ੍ਹਾਇਆ ਨਾ ਹੁਣ। ਉਹਦੇ ਐਂਡ ਦੇ ਵਿੱਚ ਕੀ ਆਉਂਦਾ, ਇਹਨਾਂ ਜਿਹੜੇ ਇਹਨਾਂ ਦੇ ਸ਼ਲੋਕ ਹੈ
ਉਹਦੇ ਐਂਡ ਵਿੱਚ ਕੀ ਆਉਂਦਾ ਰਾਜੇ, ਵਜੀਦਾ ਕੌਣ ਸਾਹਿਬ ਨੂੰ ਆਖੇ, ਮਤਲਬ ਕਿ ਇਹਨਾਂ ਦਾ ਨਾਮ ਆਉਂਦਾ ਹੈ। ਇਹ ਆਪਾਂ ਪੜ੍ਹ ਕੇ ਹਟੇ ਨਾ ਹੁਣੇ, ਇਕਣਾ ਦੇ ਕਰ ਪੁੱਤ, ਪੁੱਤਾਂ ਦੇ ਕਰ ਪੋਤਰੇ, ਇਕਣਾ ਦੇ ਕਰ ਧੀਆਂ, ਧੀਆਂ ਕਰ ਦੋਤਰੇ, ਇਕਣਾ ਦੇ ਕਰ ਇੱਕ ਹੀ ਜੰਮ ਕੇ ਜਾਏ ਮਰ, ਕੌਣ ਵਜੀਦਾ ਸਾਹਿਬ, ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਉਂਝ ਕਰ, ਹਨਾ ਆਪਾਂ ਹੁਣੇ ਪੜਿਆ। ਦੇਖੋ ਐਂਡ ਦੇ ਵਿੱਚ ਆ ਰਿਹਾ ਨਾ, ਵਜੀਦਾ ਕੌਣ ਸਾਹਿਬ ਨੂੰ ਆਖੇ। ਠੀਕ ਹੈ ਜੀ, ਤਾਂ ਕਲੀਅਰ ਹੈ ਰਾਜੇ। ਨੈਕਸਟ ਆਪਾਂ ਗੱਲ ਕਰਦੇ ਹਾਂ। ਤਾਂ ਹੁਣ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਰਾਜੇ, ਠੀਕ ਹੈ ਜੀ, ਕਹਿੰਦਾ ਜਿਹੜਾ ਮੈਂ ਤੁਹਾਨੂੰ ਪੜ੍ਹਾ ਕੇ ਹਟਿਆ ਨਾ, ਜਿਹੜਾ ਮੈਂ ਹੁਣੇ ਸ਼ਲੋਕ ਪੜ੍ਹਾ ਕੇ ਹਟਿਆ, ਇਹਦੇ ਬਹੁਤ ਸਾਰੇ ਅੰਤਰੇ ਨੇ। ਤਾਂ ਇੱਕ ਅੰਤਰਾ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ। ਠੀਕ ਹੈ, ਕਈ ਬੱਚੇ ਹੁਣ ਕਹਿੰਦੇ ਆ ਸਰ ਜੀ ਵੀ ਉਹ ਫਲਾਣੇ ਨੇ ਤਾਂ ਕੀ ਹੈ ਜੀ 2 ਮਹੀਨੇ ਮਿਹਨਤ ਕੀਤੀ, ਉਹਦਾ ਪੇਪਰ ਕਲੀਅਰ ਹੋ ਗਿਆ, ਅਸੀਂ 2 ਸਾਲ ਤੋਂ 5 ਸਾਲ ਤੋਂ ਲੱਗੇ ਆ। ਤਾਂ ਭਾਈ ਆਪਣੇ ਕਰਮ ਹੁੰਦੇ ਆ। ਦੇਖੋ ਬਾਬਾ ਵਜੀਦ ਜੀ ਕਹਿ ਰਹੇ ਨੇ, ਇੱਕ ਕਰਤੇ ਜਹਿਦ ਮਸਕਤ ਕਰਨ ਮਨਜ਼ੂਰੀਆਂ। ਕਹਿਣ ਦਾ ਮਤਲਬ ਕੁਝ ਅਜਿਹੇ ਬੰਦੇ ਆ ਜਿਹੜੇ ਕਿ ਬਹੁਤ ਜ਼ਿਆਦਾ ਜਦੋਜਹਿਦ ਕਰਦੇ ਆ, ਮਜ਼ਦੂਰੀਆਂ ਕਰਦੇ ਆ, ਮਸ਼ੱਕਤ ਕਰਦੇ ਆ, ਮਿਹਨਤ ਕਰਦੇ ਆ। ਕਹਿੰਦਾ ਜੀ ਇੱਕ ਘਰ ਹੀ ਬੈਠੇ ਖਾਣ ਕੁੱਟ-ਕੁੱਟ ਚੂਰੀਆਂ। ਇੱਕ ਮੇਰੇ ਵਰਗੇ ਆ ਜਿਹੜੇ ਘਰੇ ਬੈਠ ਕੇ ਰੋਟੀਆਂ ਖਾਈ ਜਾਂਦੇ ਆ ਵਿਹਲੇ, ਹਨਾ। ਤਾਂ ਕਹਿੰਦਾ ਇੱਕ ਘਰ ਹੀ ਬੈਠੇ ਖਾਣ ਕੁੱਟ-ਕੁੱਟ ਚੂਰੀਆਂ। ਕਹਿੰਦਾ ਤਿੰਨਾਂ ਗਰੀਬਾਂ ਨੂੰ ਲੈ ਆਵਣ ਬੰਨ ਕਰ, ਕੌਣ ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਉਂਝ ਕਰ। ਤਾਂ ਕਹਿਣ ਦਾ ਮਤਲਬ ਆਹ ਗੱਲਬਾਤ ਹੈਗੀ ਆ ਭਾਈ। ਇਹਨਾਂ ਦੇ ਜਿਹੜੇ ਹੈਗੇ ਆ, ਇਹਨਾਂ ਦੇ ਐਂਡ ਦੇ ਵਿੱਚ ਵਜੀਦਾ ਕੌਣ ਸਾਹਿਬ ਨੂੰ ਆਖੇ ਆਉਂਦਾ। ਠੀਕ ਹੈ, ਤਾਂ ਇਹ ਇਹਨਾਂ ਦੇ ਕੀ ਨੇ, ਸ਼ਲੋਕ ਨੇ, ਇਹ ਯਾਦ ਰੱਖਿਓ ਸ਼ਲੋਕ। ਬਾਕੀ ਆਪਾਂ ਨੈਕਸਟ ਪੜ੍ਹਦੇ ਹਾਂ ਰਾਜੇ। ਇਹਨਾਂ ਦੇ 2 ਸ਼ਬਦ ਵੀ ਮਿਲਦੇ ਆ ਰਾਜੇ, ਇੱਕ ਤਲੰਗ ਕਾਫੀ ਤੇ ਇੱਕ ਰਾਗ ਬਿਲਾਵਲ ਦੇ ਵਿੱਚ। ਠੀਕ ਹੈ, 2 ਸ਼ਬਦ ਮਿਲਦੇ ਇਹਨਾਂ ਦੇ। 40 ਸ਼ਲੋਕ ਨੇ ਰਾਜੇ ਇਹਨਾਂ ਦੇ। ਠੀਕ ਹੈ ਜੀ, 33 ਤੂਤੀਆਂ, ਠੀਕ ਹੈ, ਤੇ ਇੱਕ ਮਾਝ। ਇਹ ਸਾਰੀਆਂ ਰਚਨਾਵਾਂ ਨੇ ਰਾਜੇ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ। ਤਾਂ ਚਲੋ ਜੀ, ਇਹਨਾਂ ਬਾਰੇ ਮੈਂ ਤੁਹਾਨੂੰ ਪੜ੍ਹਾ ਦਿੱਤਾ। ਲਗਭਗ ਇੱਕ ਦੋਹਰ ਮਿਲਦਾ। ਠੀਕ ਹੈ, ਤਾਂ ਇਹ ਬਸ ਇੱਥੇ ਮੇਨ ਚੀਜ਼ ਯਾਦ ਰੱਖ ਲਿਆ ਕਰੋ, ਜਿਹੜੀ ਚੀਜ਼ ਮਸ਼ਹੂਰ ਹੁੰਦੀ ਹੈ ਉਹੀ ਪੁੱਛੀ ਜਾਂਦੀ ਹੁੰਦੀ ਹੈ, ਸਾਰਾ ਕੁਝ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਹਨਾਂ ਦੇ ਇੱਕ ਜੀਵਨ ਕਾਲ ਨਾਲ ਇੱਕ ਜੁੜੀ ਘਟਨਾ, ਸ਼ਾਇਦ ਤੁਸੀਂ ਇਹ ਸੇਮ ਘਟਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਪੜ੍ਹੀ ਹੋਗੀ। ਠੀਕ ਹੈ, ਇਹਨਾਂ ਦੇ ਨਾਲ ਵੀ ਇੱਕ ਸੇਮ ਘਟਨਾ ਵਾਪਰੀ ਸੀਗੀ। ਸੇਮ ਘਟਨਾ ਕੀ ਵਾਪਰੀ ਹੈ ਜੀ, ਪਹਿਲਾਂ ਦੇਖੋ ਇਹ ਪਠਾਨ ਸੀਗੇ। ਤਾਂ ਜਿਹੜੇ ਪਠਾਨ ਹੁੰਦੇ ਸ਼ਿਕਾਰ ਬਹੁਤ ਕਰਦੇ ਆ ਰਾਜੇ। ਪਹਿਲਾਂ ਇੱਕ ਦਿਨ ਕਹਿੰਦੇ ਸ਼ਿਕਾਰ ਕਰਨ ਗਏ ਤਾਂ ਨਾ ਇਹਨਾਂ ਨੇ ਇੱਕ ਹਰਨੀ ਨੂੰ ਮਾਰਤਾ। ਤਾਂ ਜਿਹੜੀ ਹਰਨੀ ਸੀਗੀ ਰਾਜੇ, ਉਹਦੇ ਪੇਟ ਦੇ ਵਿੱਚ ਬੱਚੇ ਸੀਗੇ, ਉਹ ਗਰਭਵਤੀ ਸੀਗੀ। ਤਾਂ ਉਹ ਦਮ ਤੋੜ ਗਈ ਤੇ ਜਿਹੜੇ ਉਹਦੀ ਪੇਟ ਦੇ ਵਿੱਚੋਂ ਬੱਚੇ ਸੀਗੇ ਨਿਕਲ ਕੇ ਤੜਪ ਕੇ ਮਰ ਗਏ। ਤਾਂ ਇਹ ਦੇਖ ਕੇ ਕਹਿੰਦੇ ਜੀ ਇਹਨਾਂ ਤੇ ਡਾਢਾ ਅਸਰ ਹੋਇਆ ਤੇ ਇਹਨਾਂ ਨੇ ਆਪਣਾ ਕਹਿੰਦੇ ਜੀ ਤੀਰ ਕਮਾਨ ਤੋੜ ਕੇ ਬਾਕੀ ਸਭ ਕੁਝ ਛੱਡ ਕੇ ਤੇ ਫਕੀਰ ਹੋ ਗਏ। ਤਾਂ ਜਿੱਥੇ ਉਹ ਪਹਿਲਾਂ ਬਲਵਾਨ ਯੋਧੇ ਪਠਾਨ ਸੀਗੇ, ਹੁਣ ਉਹ ਬੇਹਥਿਆਰ ਹੋ ਕੇ ਬਿਲਕੁਲ ਨਿਮਾਣੇ ਨਤਾਣੇ ਜੇ ਹੋ ਗਏ। ਕਹਿਣ ਦਾ ਮਤਲਬ ਕੀ ਹੈ, ਇਹਨਾਂ ਨੇ ਫਕੀਰੀ ਧਾਰ ਲਈ, ਤਾਂ ਇਹਨਾਂ ਦੇ ਨਾਂ ਅੱਗੇ ਬਾਬਾ ਸ਼ਬਦ ਆਉਂਦਾ ਹੈ। ਠੀਕ ਹੈ, ਤਾਂ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਘਟਨਾ ਹੁੰਦੀ ਹੈ, ਟਰਨਿੰਗ ਪੁਆਇੰਟ ਆਉਂਦਾ ਹੀ ਆਉਂਦਾ, ਚਾਹੇ ਤੁਸੀਂ ਆ ਚਾਹੇ ਮੈਂ ਆ। ਕਦੇ ਨਾ ਕਦੇ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਆਉਂਦਾ ਜਦੋਂ ਬੰਦਾ ਆਪਣੇ ਆਪ ਨੂੰ ਬਦਲ ਲੈਂਦਾ ਹੈ। ਤਾਂ ਬਦਲਣਾ ਹੀ ਜ਼ਰੂਰੀ ਆ, ਜਿਹੜਾ ਬਦਲਦੇ ਨਹੀਂ ਭਾਈ ਉਹ ਕਾਮਯਾਬ ਨਹੀਂ ਹੁੰਦੇ। ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਤਾਂ ਇਹ ਜਿਹੜੀ ਇਹ ਘਟਨਾ ਹੈਗੀ ਆ, ਇਹ ਉਹ ਆਪਣੀ ਜ਼ਿਕਰ ਕਰਦੇ, ਰਚਨਾਵਾਂ ਦੇ ਵਿੱਚ ਵੀ ਕਰਦੇ ਆ। ਕਹਿੰਦੇ ਜੀ ਵਜੀਦਾ ਜਬ ਹੋਤੇ ਪੂਤ ਅਫਗਾਨ ਕੇ। ਕਹਿਣ ਦਾ ਮਤਲਬ ਵਜੀਦ ਕਹਿੰਦਾ ਜਦੋਂ ਮੈਂ ਅਫਗਾਨ ਦਾ ਪੁੱਤ, ਮਤਲਬ ਕਿ ਜਿਹੜੇ ਆਪਣੇ ਪਠਾਨ। ठीक है, जब जीदा जब होते पूत अफगान के तब देते दस्ते मोड़, अब शरण पे रघुनाथ की ਸਕੇ ਨਾ ਤਿਨਕਾ ਤੋੜ। ਕਹਿੰਦਾ ਜਦੋਂ ਅਸੀਂ ਪਠਾਨ ਸੀਗੇ, ਸਾਨੂੰ ਬਹੁਤ ਆਪਣੇ ਆਪ ਤੇ ਠੀਕ ਹੈ ਹੰਕਾਰ ਕਹਿ ਲੋ, ਮਾਣ ਕਹਿ ਲੋ, ਕਹਿੰਦਾ ਅਸੀਂ ਦਸਤੇ ਮੋੜ ਦਿੰਦੇ। ਦਸਤੇ ਮੋੜ ਦਾ ਮਤਲਬ ਕੀ ਆ ਕਿ ਸਭ ਕੁਝ ਤੋੜ ਦਿੰਦੇ। ਪਰ ਕਹਿੰਦਾ ਜੀ ਹੁਣ ਰਘੁਨਾਥ ਦੀ ਸ਼ਰਨ ਦੇ ਵਿੱਚ ਆ ਗਏ, ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਗਏ, ਹੁਣ ਤਾਂ ਤਿਨਕਾ ਵੀ ਨਹੀਂ ਤੋੜ ਸਕਦੇ ਅਸੀਂ। ਠੀਕ ਹੈ, ਤਾਂ ਕਹਿਣ ਦਾ ਮਤਲਬ ਇਹਨਾਂ ਦਾ ਟਰਨਿੰਗ ਪੁਆਇੰਟ ਸੀਗਾ ਲਾਈਫ ਦਾ। ਤਾਂ ਇਹ ਸੀਗਾ ਜੀ ਬਾਬਾ ਸੈਯਦ ਜੀ ਬਾਰੇ। ਠੀਕ ਹੈ ਜੀ, ਉਹਨਾਂ ਦਾ ਡੈਥ ਟਾਈਮ ਵੀ ਤੁਹਾਨੂੰ ਮੈਂ ਦੱਸਤਾ। ਠੀਕ ਹੈ, 1585 ਈਸਵੀ ਦੇ ਵਿੱਚ ਹੋਇਆ। ਕਿੱਥੇ ਹੋਈ ਡੈਥ, ਕਿਵੇਂ ਹੋਈ, ਇਹਦੇ ਬਾਰੇ ਹਜੇ ਜ਼ਿਕਰ ਨਹੀਂ ਮਿਲਦਾਗਾ, ਤਾਂ ਇਸੇ ਕਰਕੇ ਤੁਹਾਨੂੰ ਮੈਂ ਦੱਸ ਨਹੀਂ ਰਿਹਾ, ਬਸ ਟਾਈਮ ਪੀਰੀਅਡ ਦੱਸਤਾ, ਰਚਨਾਵਾਂ ਦੱਸਤੀਆਂ ਰਾਜੇ, ਪੂਰਾ ਨਾਮ ਦੱਸਤਾ। ਠੀਕ ਹੈ ਜੀ, ਇਹ ਚੀਜ਼ਾਂ ਤੁਸੀਂ ਪੜ੍ਹਨੀਆਂ ਬਸ। ਠੀਕ ਹੈ, ਜਿਹੜੀ ਚੀਜ਼ ਮੈਂ ਦੱਸ ਰਿਹਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਦੱਸ ਰਿਹਾ। ਹੁਣ ਕਈ ਚੀਜ਼ਾਂ ਕਈ ਇਤਿਹਾਸਕਾਰਾਂ ਦੇ ਮਤਲਬ ਖੋਜ ਤੋਂ ਬਾਅਦ ਵੀ ਨਹੀਂ ਮਿਲਦੀਆਂ ਗੀਆਂ, ਤਾਂ ਜੋ ਚੀਜ਼ ਇਤਿਹਾਸ ਦੇ ਵਿੱਚ ਹੈਗੀ ਆਪਾਂ ਉਹੀ ਪੜ੍ਹ ਸਕਦੇ ਹਾਂ, ਆਪਦੇ ਵੱਲੋਂ ਕੋਈ ਚੀਜ਼ ਨਹੀਂ ਬਣਾ ਸਕਦੇ। ਤਾਂ ਸੈਕਿੰਡ ਅੱਜ ਪੜ੍ਹਨ ਜਾ ਰਹੇ ਹਾਂ ਜੀ ਆਪਾਂ, ਜਿਹੜੇ ਸੈਕਿੰਡ ਕਵੀ ਨੇ ਹਾਸ਼ਮ ਸ਼ਾਹ। ਇਹਨਾਂ ਦੇ ਬਾਰੇ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਰਾਜੇ, ਇਹਨਾਂ ਤੋਂ ਅਕਸਰ ਕੁਐਸਚਨ ਦੇਖਣ ਨੂੰ ਮਿਲਦਾ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ। ਆਪਾਂ ਅੱਗੇ ਜਾ ਕੇ ਪੜ੍ਹਦੇ, ਇਹਨਾਂ ਨੇ ਇੱਕ ਕਿੱਸਾ ਲਿਖਿਆ ਸੀਗਾ ਜਿਹੜਾ ਬੜਾ ਹੀ ਮਸ਼ਹੂਰ ਹੋਇਆ ਸੀਗਾ, ਉੱਥੋਂ ਬਹੁਤ ਵਾਰੀ ਕੁਐਸਚਨ ਆਉਂਦਾ ਹੈ। ਜੀਵਨ ਕਾਲ ਦੀ ਅਗਰ ਆਪਾਂ ਗੱਲ ਕਰੀਏ 1735 ਤੋਂ ਲੈ ਕੇ 1843, ਗੱਲਬਾਤ ਉਹੀ ਹੈ, ਗੂਗਲ ਨਹੀਂ ਕਰਨਾਗਾ, ਇੱਧਰ ਉੱਧਰ ਨਹੀਂ ਜਾਣਾ। YouTube ਤੇ ਵੀ ਬਹੁਤ ਸਾਰੀਆਂ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ ਜਿਹਦੇ ਵਿੱਚ ਤੁਹਾਨੂੰ ਕੀ ਹੈ ਇਹ ਅਲੱਗ-ਅਲੱਗ ਡੇਟਸ ਮਿਲਣਗੀਆਂ, ਤਾਂ ਚਿੰਤਾ ਨਹੀਂ ਕਰਨੀ, ਜੋ ਕਰਵਾ ਰਿਹਾ 101% ਓਕੇ ਹੈ। ਤਾਂ ਪੂਰਾ ਨਾਮ ਕੀ ਸੀਗਾ ਜੀ ਆਪ ਜੀ ਦਾ? ਸੈਯਦ ਮੁਹੰਮਦ ਹਾਸ਼ਮ ਸੀਗਾ। ਤਾਂ ਇਹ ਪੂਰਾ ਨਾਮ ਜ਼ਰੂਰ ਯਾਦ ਰੱਖਣੇ ਰਾਜੇ ਹਰੇਕ ਕਵੀ ਦੇ। ਸੈਯਦ ਹਾਸ਼ਮ ਸ਼ਾਹ ਪੰਜਾਬ ਦੇ ਕਹਿ ਲੋ ਇੱਕ ਸੂਫੀ ਫਕੀਰ ਤੇ ਸ਼ਾਇਰ ਹੋਏ ਨੇ ਰਾਜੇ।
ਤਾਂ ਹਾਸ਼ਮ ਸ਼ਾਹ ਜੀ ਦਾ ਜਿਹੜਾ ਜਨਮ ਹੋਇਆ ਰਾਜੇ 27 ਨਵੰਬਰ ਸਨ 1735 ਈਸਵੀ ਨੂੰ ਜ਼ਿਲ੍ਹਾ ਅੰਮ੍ਰਿਤਸਰ, ਦੇਖੋ ਪੰਜਾਬ ਦੇ ਵਿੱਚ ਹੋਇਆ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਊ ਕਲਾਂ ਦੇ ਵਿੱਚ ਪਿਤਾ ਹਾਜੀ ਮੁਹੰਮਦ ਸ਼ਰੀਫ ਦੇ ਘਰ ਹੋਇਆ। ਪਿਤਾ ਜੀ ਦਾ ਨਾਮ ਯਾਦ ਰੱਖਣਾ ਰਾਜੇ, ਉਹਦਾ ਕਾਰਨ ਕੀ ਹੈ ਤੁਹਾਨੂੰ ਮੈਂ ਦੱਸਦਾ ਅੱਗੇ ਜਾ ਕੇ। ਤਾਂ ਜਿਹੜੇ ਹਾਸ਼ਮ ਸ਼ਾਹ ਸੀਗੇ ਰਾਜੇ, ਉਹ ਕਹਿੰਦੇ ਜੀ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸੀਗੇ। ਇਹ ਬਹੁਤ ਇੰਪੋਰਟੈਂਟ ਹੈ ਰਾਜੇ, ਪੁੱਛਿਆ ਜਾਂਦਾ ਹੁੰਦਾ, ਜਿਵੇਂ ਪਿੱਛੇ ਜੇ ਬਾਬਾ ਫਰੀਦ ਦੀ ਸੰਪਰਦਾਇ ਦੱਸੀ ਸੀ ਮੈਂ, ਚਿਸ਼ਤੀ ਸੀਗੀ ਹਨਾ, ਤਾਂ ਚਿਸ਼ਤੀ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸੀ ਬਾਬਾ ਫਰੀਦ ਜੀ। ਉਵੇਂ ਰਾਜੇ ਇਹ ਕੁਰੈਸ਼ ਖਾਨਦਾਨ ਨਾਲ ਸੰਬੰਧਿਤ ਸੀਗੇ, ਕੁਰੈਸ਼ ਸੰਪਰਦਾ ਕਹਿ ਲਓ ਜਾਂ ਕੁਰੈਸ਼ ਖਾਨਦਾਨ ਕਹਿ ਲਓ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਉਹਨਾਂ ਦੇ ਜਿਹੜੇ ਵਾਰਿਸ ਜਿਹੜੇ ਹੈਗੇ ਅੱਜ ਤੱਕ ਸੈਯਦ ਖਵਾਉਂਦੇ ਆ, ਠੀਕ ਹੈ, ਸੈਯਦ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਇਹਨਾਂ ਜਿਹੜੀ ਕਹਿੰਦੇ ਜੀ ਵਿਦਿਆ ਸਿੱਖਿਆ ਹੈਗੀ ਆ, ਉਹਨਾਂ ਦੇ ਵਿਦਵਾਨ ਤੇ ਕਰਨੇ ਵਾਲੇ ਪਿਤਾ ਦੇ ਹੱਥੀਂ ਬਚਪਨ ਵਿੱਚ ਹੀ ਸ਼ੁਰੂ ਹੋ ਗਈ। ਤਾਂ ਕਹਿਣ ਦਾ ਮਤਲਬ ਇਹਨਾਂ ਦੇ ਮੁਰਸ਼ਿਦ ਕੌਣ ਸੀਗੇ, ਗੁਰੂ ਕੌਣ ਸੀਗੇ, ਇਹਨਾਂ ਦੇ ਫਾਦਰ ਸਾਹਿਬ ਹੀ ਇਹਨਾਂ ਦੇ ਗੁਰੂ ਸੀਗੇ। ਤਾਂ ਇਹਨਾਂ ਦੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀਗੀ ਇਹ ਗੱਲਬਾਤ, ਜਿਹੜੀ ਕਿ ਕਹਿ ਲਓ ਧਾਰਮਿਕ ਸਿੱਖਿਆ ਕਹਿ ਲਓ, ਵਿਦਿਆ ਕਹਿ ਲਓ ਜਾਂ ਕੋਈ ਹੋਰ ਵਿਦਿਆ ਕਹਿ ਲਓ, ਬਚਪਨ ਤੋਂ ਸ਼ੁਰੂ ਹੋ ਗਈ ਸੀਗੀ। ਤਾਂ ਇਸੇ ਕਰਕੇ ਇਹਨਾਂ ਨੂੰ ਕਹਿੰਦੇ ਜੀ ਫਾਰਸੀ, ਅਰਬੀ, ਹਿਕਮਤ, ਸੰਸਕ੍ਰਿਤ ਤੇ ਪੰਜਾਬੀ ਦੇ ਵਿੱਚ ਮਹਾਰਤ ਕੀ ਹਾਸਲ ਹੋ ਗਈ ਸੀਗੀ, ਕਿਉਂਕਿ ਇਹਨਾਂ ਦੇ ਪਿਤਾ ਜੀ ਕੀ ਸੀਗੇ, ਇਹਨਾਂ ਵਿੱਚ ਮਹਾਰਤ ਇਹਨਾਂ ਦੇ ਪਿਤਾ ਜੀ ਨੂੰ ਸੀਗੀ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਮੀਰ ਕਰਾਮਾਤ ਉੱਲਾ ਤੇ ਮੀਆਂ ਮੌਲਾ ਬਖਸ਼ ਕੁਸ਼ਤਾ ਅਨਸਾਰ, ਠੀਕ ਹੈ, ਇੱਕ ਦੋ ਬੰਦੇ ਹੋਏ ਆ ਮਤਲਬ ਮੁਸਲਿਮ ਫਕੀਰ, ਉਹਨਾਂ ਦੇ ਅਨੁਸਾਰ ਕਹਿੰਦੇ ਜੀ ਆਪ ਨੂੰ ਰਮਲ ਅਤੇ ਜੋਤਿਸ਼ ਵਿਦਿਆ ਦਾ ਵੀ ਸ਼ੌਂਕ ਸੀਗਾ, ਠੀਕ ਹੈ ਜੀ, ਰਮਲ ਤੇ ਜੋਤਿਸ਼ ਵਿਦਿਆ, ਠੀਕ ਹੈ ਜੀ, ਇਹਨਾਂ ਨੂੰ ਸ਼ੌਂਕ ਸੀਗਾ, ਇਹਨਾਂ ਨੂੰ ਜੋਤਿਸ਼ ਵਿਦਿਆ ਵੀ ਆਉਂਦੀ ਸੀਗੀ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਇਹਨਾਂ ਨੇ ਉੱਲਾ ਸਾਹਿਬ ਬਟਾਲਵੀ ਦੇ ਚੇਲੇ ਹੋਏ, ਤਾਂ ਇਹਨਾਂ ਨੇ ਅੱਗੇ ਜਾ ਕੇ ਗੁਰੂ ਧਾਰਿਆ, ਉੱਲਾ ਸਾਹਿਬ ਬਟਾਲਵੀ ਨੂੰ ਵੀ ਗੁਰੂ ਧਾਰਿਆ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਹਨਾਂ ਨੇ 3 ਵਿਆਹ ਕਰਾਏ ਰਾਜੇ, ਇੱਕ ਰਾਮਦਾਸ, ਇੱਕ ਜੰਡਿਆਲਾ ਗੁਰੂ, ਇਹ ਜਗ੍ਹਾ ਦੇ ਨਾਮ ਹੈ, ਤੇ ਇੱਕ ਜਗ੍ਹਾ ਦਾ ਨਾਮ ਨਹੀਂ ਹੈਗਾ, ਇੱਕ ਬ੍ਰਾਹਮਣ ਤੀਵੀ ਨਾਲ। ਤਾਂ ਕਹਿਣ ਦਾ ਮਤਲਬ ਇਹਨਾਂ ਦੇ 3 ਵਿਆਹ ਹੋਏ ਆ ਭਾਈ, 2 ਪੁੱਤਰ ਪੈਦਾ ਹੋਏ ਆ, ਪੁੱਤਰਾਂ ਦੇ ਨਾਮ ਯਾਦ ਰੱਖਣੇ ਆ, ਅਹਿਮਦ ਸ਼ਾਹ ਤੇ ਮੁਹੰਮਦ ਸ਼ਾਹ। ਤਾਂ ਠੀਕ ਹੈ, ਤਾਂ ਇਹ ਹੈਗਾ ਜੀ। ਹੁਣ ਆਪਾਂ ਦੇਖਦੇ ਹਾਂ ਰਾਜੇ ਇਹਨਾਂ ਦੀਆਂ ਰਚਨਾਵਾਂ, ਦੇਖੋ ਰਚਨਾਵਾਂ ਤਾਂ ਬਹੁਤ ਸਾਰੀਆਂ ਨੇ, ਦੋਹੜੇ ਵੀ ਇਹਨਾਂ ਨੇ ਲਿਖੀਆਂ ਹੋਏ ਆ, ਡਿਓਡਾਂ ਵੀ ਲਿਖੀਆਂ ਹੋਈਆਂ, ਗੰਜੇ ਅਸਰਾਰ ਜਿਹਨੂੰ ਆਪਾਂ ਸਿਹਰਫੀਆਂ ਵੀ ਕਹਿੰਦੇ ਆ, 12ਵਾਂ ਵੀ ਲਿਖਿਆ ਹੋਇਆ ਰਾਜੇ, ਮਾਦਿਨ ਫੈਜ਼ ਨਾਨਤਾਂ ਵੀ ਲਿਖੀਆਂ ਹੋਈਆਂ, ਫੁਟਕਲ ਰਚਨਾਵਾਂ ਤੇ ਗਜ਼ਲਾਂ ਵੀ ਲਿਖੀਆਂ। ਪਰ ਆਪਣੇ ਐਗਜ਼ਾਮ ਵਾਸਤੇ ਆਪਾਂ ਸਾਰਾ ਕੁਝ ਨਹੀਂ ਪੜ੍ਹਨਾਗਾ, ਇਹ ਸਿਰਫ ਤੁਹਾਡੀ ਨੌਲੇਜ ਵਾਸਤੇ ਹੈ। ਐਗਜ਼ਾਮ ਵਾਸਤੇ ਆਪਾਂ ਕੀ ਪੜ੍ਹਨਾ ਰਾਜੇ, ਦੇਖੋ ਇਹਨਾਂ ਨੇ ਹੀਰ ਰਾਂਝੇ ਦੀ ਬਿਰਤੀ ਵੀ ਲਿਖੀ ਹੈ, ਕਿੱਸਾ ਸੋਹਣੀ ਮਹੀਵਾਲ ਵੀ ਲਿਖਿਆ, ਪਰ ਆਪਾਂ ਐਗਜ਼ਾਮ ਵਾਸਤੇ ਕੀ ਯਾਦ ਰੱਖਣਾ ਰਾਜੇ, ਆਪਾਂ ਐਗਜ਼ਾਮ ਵਾਸਤੇ ਆਹ ਪੁਆਇੰਟ ਯਾਦ ਰੱਖਣਾ, ਬਸ ਇਹੀ ਪੁਆਇੰਟ ਥੋੜਾ ਸਭ ਤੋਂ ਮਹੱਤਵਪੂਰਨ ਹੈ। ਇੱਥੋਂ ਕੁਐਸਚਨ ਪੁੱਛਦੇ ਹੁੰਦੇ ਆ ਕਿੱਸਾ ਸੱਸੀ ਪੁੰਨੂ, ਤਾਂ ਕਿੱਸਾ ਸੱਸੀ ਪੁੰਨੂ ਜਿਹੜਾ ਮਸ਼ਹੂਰ ਹੋਇਆ ਹਾਸ਼ਮ ਸ਼ਾਹ। ਹੁਣ ਦੇਖੋ ਜਿਵੇਂ ਹੀਰ ਸਭ ਨੇ ਲਿਖੀ ਹੈ, ਠੀਕ ਹੈ, ਹੀਰ ਕਿੰਨੇ ਬੰਦਿਆਂ ਨੇ ਲਿਖੀ ਹੈ, ਠੀਕ ਹੈ ਜੀ, ਪਰ ਮਸ਼ਹੂਰ ਕਿਹਦੀ ਹੋਈ ਹੈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਗੁਰਦਾਸ ਮਾਨ ਦੀ ਫਿਲਮ ਵੀ ਬਣੀ ਹੋਈ ਹੈ, ਤਾਂ ਇਸ ਤਰ੍ਹਾਂ ਲਿਖਦਾ ਹਰੇਕ ਬੰਦਾ ਹੈ, ਪਰ ਕੋਈ ਚੀਜ਼ ਕਿਸੇ ਕਿਸੇ ਦੀ ਮਸ਼ਹੂਰ ਹੁੰਦੀ ਹੈ। ਤਾਂ ਕਿੱਸਾ ਸੱਸੀ ਪੁੰਨੂ ਇਹਨਾਂ ਦਾ ਮਸ਼ਹੂਰ ਹੋਇਆ ਹਾਸ਼ਮ ਸ਼ਾਹ ਦਾ। ਅਕੋਰਡਿੰਗ ਟੂ ਐਗਜ਼ਾਮ ਪੁਆਇੰਟ ਆਫ ਵਿਊ ਤੁਸੀਂ ਇਹਨੂੰ ਯਾਦ ਰੱਖਣਾ ਰਾਜੇ। ਇਸ ਤੋਂ ਇਲਾਵਾ ਸ਼ੀਰੀ ਫਰਹਾਦ ਦੀ ਵਾਰਤਾ ਜਿਹੜੀ ਹੈਗੀ ਹੈ, ਇਹ ਵੀ ਲਿਖੀ ਹੋਈ ਇਹਨਾਂ ਨੇ। ਕਿੱਸਾ ਮਹਿਮੂਦ ਸ਼ਾਹ ਰਾਜਨਵੀ, ਇਹ ਵੀ ਲਿਖਿਆ ਹੋਇਆ। ਤਾਂ ਕਹਿਣ ਦਾ ਮਤਲਬ ਇਹ ਸਾਰੀਆਂ ਕੀ ਨੇ, ਇਹਨਾਂ ਦੀਆਂ ਰਚਨਾਵਾਂ ਨੇ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੀ, ਇਹਨਾਂ ਦਾ ਜਿਹੜਾ ਦੇਹਾਂਤ ਹੋਇਆ 1843 ਦੇ ਵਿੱਚ ਹੋਇਆ ਰਾਜੇ, ਜ਼ਿਲ੍ਹਾ ਸਿਆਲਕੋਟ ਦੇ ਪਿੰਡ ਥਰਪਾਲ ਵਿੱਚ ਆਪ ਜੀ ਦੀ ਮਜ਼ਾਰ ਹੈ। ਮਜ਼ਾਰ ਦਾ ਮਤਲਬ ਕੀ ਹੁੰਦਾ, ਜਗ੍ਹਾ, ਠੀਕ ਹੈ, ਜਾਂ ਕਬਰ ਕਹਿ ਲਓ, ਉੱਥੇ ਜਗ੍ਹਾ ਬਣੀ ਹੋਈ ਹੈ। ਤਾਂ ਕਹਿੰਦੇ ਜੀ ਕਵੀ ਜਿਹੜਾ ਹਾਸ਼ਮ ਹੈ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਕਾਲੀ ਵੀ ਮੰਨਿਆ ਜਾਂਦਾ ਰਾਜੇ। ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਲਗਭਗ ਉਹਨਾਂ ਨਾਲ ਮਿਲਦਾ ਹੈ। ਕੁਛ ਇਤਿਹਾਸ ਦੇ ਵਿੱਚ ਜ਼ਿਕਰ ਇਹ ਵੀ ਆਉਂਦਾ ਹੈ, ਜਿਹੜੇ ਕਵੀ ਹਾਸ਼ਮ ਸ਼ਾਹ ਜੀ ਆ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰੀ ਕਵੀ ਸੀਗੇ, ਬਟ ਇਹਦਾ ਕੋਈ ਪ੍ਰੂਫ ਨਹੀਂ ਮਿਲਦਾ। ਇਹਦੇ ਬਾਰੇ ਹਜੇ ਕੋਈ ਮਤਲਬ ਅਥੈਂਟਿਕੇਟ ਪ੍ਰੂਫ ਨਹੀਂ ਮਿਲਿਆ, ਬਟ ਮੰਨਿਆ ਜਾਂਦਾ ਕਿ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਵੀ ਸੀਗੇ। ਪਰ ਆਪਣੇ ਐਗਜ਼ਾਮ ਦੇ ਵਿੱਚ ਕਦੇ ਨਹੀਂ ਪੁੱਛਿਆ ਜਾਊਗਾ, ਸਿਰਫ ਤੁਹਾਡੀ ਨੌਲੇਜ ਵਧਾਉਣ ਵਾਸਤੇ ਆਪਾਂ ਦੱਸ ਰਹੇ ਹਾਂ। ਤਾਂ ਇਹ ਸਮਕਾਲੀ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ। ਤਾਂ ਹਾਸ਼ਮ ਸ਼ਾਹ ਜੀ ਦੇ ਬਾਰੇ ਆਪਾਂ ਪੜ੍ਹ ਲਿਆ ਰਾਜੇ। ਅੱਜ ਦੇ ਲਾਸਟ ਕਵੀ ਪੜ੍ਹਨ ਜਾ ਰਹੇ ਹਾਂ ਖਵਾਜਾ ਗੁਲਾਮ ਫਰੀਦ, ਬਾਬਾ ਫਰੀਦ ਤੇ ਇਹਨਾਂ ਦੇ ਵਿਚਕਾਰ ਰਾਜੇ ਤੁਸੀਂ ਕੋਰਿਲੇਟ ਨਹੀਂ ਕਰਨਾਗਾ, ਤੁਸੀਂ ਇਹ ਨਹੀਂ ਕਰਨਾ ਕਿ ਉਹੀ ਨਾਮ ਹੈ। ਤਾਂ ਥੋੜਾ ਜਿਹਾ ਪਲੀਜ਼ ਇਹਨੂੰ ਧਿਆਨ ਦੇ ਨਾਲ। ਤਾਂ ਖਵਾਜਾ ਗੁਲਾਮ ਫਰੀਦ ਹੋਏ ਨੇ 1841 ਤੋਂ 1901, ਤੇ ਬਾਬਾ ਫਰੀਦ ਨੂੰ ਮੈਂ ਪੜ੍ਹਾਇਆ ਰਾਜੇ 12ਵੀਂ ਸਦੀ ਚ ਹੋਏ ਨੇ, ਤੁਹਾਨੂੰ ਦੱਸਿਆ ਸੀਗਾ, ਠੀਕ ਹੈ। 1100 ਕਿੰਨੇ ਨੂੰ ਜਨਮ ਹੋਇਆ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਬਾਬਾ ਫਰੀਦ ਜੀ ਦਾ ਜਨਮ ਪੀਰੀਅਡ, ਪੂਰਾ ਜੀਵਨ ਕਾਲ ਦੱਸਣਾ ਕਿ ਜਨਮ ਕਦੋਂ ਹੋਇਆ ਤੇ ਮ੍ਰਿਤਿੂ ਕਦੋਂ ਹੋਈ ਹੈ। ਤੁਸੀਂ ਮੈਨੂੰ ਕਮੈਂਟ ਕਰਿਓ, ਦੇਖਦੇ ਹਾਂ ਤੁਸੀਂ ਰਿਵਾਈਜ਼ ਵੀ ਕਰਦੇ ਹੋ ਜਾਂ ਨਹੀਂ ਕਰਦੇਗੇ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰੀਏ ਰਾਜੇ, ਲਾਸਟ ਕਵੀ ਪੜ੍ਹਨ ਜਾ ਰਹੇ ਹਾਂ ਖਵਾਜਾ ਗੁਲਾਮ ਫਰੀਦ ਜੀ ਬਾਰੇ ਪੜ੍ਹਦੇ ਹਾਂ ਆਪਾਂ। ਤਾਂ ਗੱਲ ਕਰੀਏ ਜੀ, ਕਹਿੰਦੇ ਜੀ ਆਪ ਜੀ ਦਾ ਜਿਹੜਾ ਜਨਮ ਹੋਇਆ ਰਾਜੇ ਰਿਆਸਤ ਬਹਾਵਲਪੁਰ ਪਾਕਿਸਤਾਨ ਦੇ ਵਿੱਚ ਚਾਂਚੜਾ ਵਿਖੇ ਹੋਇਆ, ਤੇ ਆਪ ਜੀ ਦੇ ਪਿਤਾ ਸੀਗੇ ਖਵਾਜਾ ਖੁਦਾ ਬਖਸ਼, ਠੀਕ ਹੈ ਜੀ। ਇਹਨਾਂ ਦੇ ਘਰ ਇਹਨਾਂ ਦਾ ਕੀ ਹੋਇਆ, ਜਨਮ ਹੋਇਆ, ਠੀਕ ਹੈ। ਤਾਂ ਗੁਲਾਮ ਫਰੀਦ ਜੀ ਦੇ ਵੱਡੇ ਜਿਹੜੇ ਭਰਾ ਸੀਗੇ ਫਕਰੂਦੀਨ, ਇੱਕ ਉੱਚ ਕੋਟੀ ਦੇ ਵਿਅਕਤੀ ਸੀਗੇ। ਇਹ ਯਾਦ ਰੱਖਣਾ ਕਿਉਂਕਿ ਇੱਕ ਵਾਰੀ ਕੁਐਸਚਨ ਆਇਆ ਸੀਗਾ, ਇਹ ਟੈਟ ਦੇ ਐਗਜ਼ਾਮ ਦੇ ਵਿੱਚ ਆਉਂਦੇ ਹੁੰਦੇ ਰਾਜੇ, ਕਿਉਂਕਿ ਆਪਣੇ ਦੇ ਵਿੱਚ ਤਾਂ ਪਹਿਲੀ ਵਾਰੀ ਪਾਇਆ ਗਿਆ ਪੰਜਾਬ ਦੇ ਸਿੰਪਲ ਪੇਪਰਾਂ ਦੇ ਵਿੱਚ
ਤਾਂ ਪੁੱਛਿਆ ਜਾਂਦਾ ਵੀ ਗੁਲਾਮ ਫਰੀਦ ਜੀ ਦੇ ਜਿਹੜੇ ਗੁਰੂ ਕੌਣ ਹੋਏ ਨੇ ਰਾਜੇ, ਉਹਨਾਂ ਦੇ ਵੱਡੇ ਭਰਾ ਉਹੀ ਉਹਨਾਂ ਦੇ ਕੀ ਹੋਏ ਨੇ, ਮੁਰਸ਼ਿਦ ਹੋਏ ਨੇ, ਗੁਰੂ ਹੋਏ ਨੇ। ਤਾਂ ਕਹਿੰਦੇ ਜੀ ਉਹ ਬਹੁਤ ਉੱਚ ਕੋਟੀ ਦੇ ਵਿਅਕਤੀ ਸਨ। ਉਹਨਾਂ ਨੇ ਆਪਣੀ ਰਚਨਾ ਫਾਰਸੀ ਵਿੱਚ ਲਿਖੀ ਹੈ। ਕਿਹਨਾਂ ਨੇ? ਇਹਨਾਂ ਦੇ ਵੱਡੇ ਭਰਾ ਨੇ। ਠੀਕ ਹੈ ਜੀ, ਫਖਰੂਦੀਨ। ਤੇ ਗੁਲਾਮ ਫਰੀਦ ਜੀ ਨੇ ਆਪਣੇ ਵੱਡੇ ਭਰਾ ਫਖਰੂਦੀਨ ਅਤੇ ਮਾਮਾ ਜੀ ਦੀ ਅਗਵਾਈ ਦੇ ਵਿੱਚ ਜੀਵਨ ਯਾਤਰਾ ਸ਼ੁਰੂ ਕੀਤੀ ਹੈ ਜੀ। ਤੇ ਮਾਮਾ ਜੀ ਦੀ ਅੱਗੇ ਜਾ ਕੇ ਡੈਥ ਹੋ ਜਾਂਦੀ ਹੈ। ਕਹਿਣ ਦਾ ਮਤਲਬ ਮੇਨ ਜਿਹੜੀ ਇਹਨਾਂ ਨੇ ਵਿੱਦਿਆ ਹਾਸਲ ਕੀਤੀ ਆਪਣੇ ਵੱਡੇ ਬ੍ਰਦਰ ਤੋਂ ਕੀਤੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਜਿਹੜੇ ਖਵਾਜਾ ਗੁਲਾਮ ਫਰੀਦ ਹੈ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਨਾਲ ਸੰਬੰਧਿਤ ਨੇ। ਤਾਂ ਗੱਲਬਾਤ ਆ ਗਈ ਨਾ, ਚਿਸ਼ਤੀ ਸੰਪਰਦਾ ਕਿਹਦੇ ਕੋਲੇ ਹੈ? ਬਾਬਾ ਫਰੀਦ ਜੀ ਕੋਲੇ ਵੀ ਹੈ। ਤੇ ਖਵਾਜਾ ਗੁਲਾਮ ਫਰੀਦ ਜੀ ਵੀ ਚਿਸ਼ਤੀ ਸੰਪਰਦਾ ਦੇ ਨਾਲ ਸੰਬੰਧਿਤ ਨੇ। ਰਾਜੇ ਯਾਦ ਰੱਖਣਾ ਬਹੁਤ ਇੰਪੋਰਟੈਂਟ ਪੁਆਇੰਟ ਹੈ ਤੁਹਾਡੇ ਐਗਜ਼ਾਮ ਵਾਸਤੇ। ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦੇ ਜੀ ਖਵਾਜਾ ਗੁਲਾਮ ਫਰੀਦ ਜੀ ਵੀ ਚਿਸ਼ਤੀਆਂ ਸੂਫੀਆਂ ਵਾਂਗ ਮਰੀਦਾਂ ਨੂੰ ਸਾਹਮਣੇ ਬਿਠਾ ਕੇ ਸਮਾਧੀ ਲਾਉਂਦੇ ਸੀਗੇ। ਮਤਲਬ ਕਿ ਆਪਣੇ ਚੇਲਿਆਂ ਨੂੰ ਸਾਹਮਣੇ ਬਿਠਾ ਕੇ ਭਗਤੀ ਕਰਾਉਂਦੇ ਸੀਗੇ। ਗੁਲਾਮ ਫਰੀਦ ਜੀ ਆਪਣੇ ਵੱਡੇ ਭਰਾ ਕੋਲੋਂ ਬਹੁਤ ਪ੍ਰਭਾਵਿਤ ਹੋਏ ਤੇ ਕਿਹਾ ਜਾਂਦਾ ਹੈ ਕਿ ਫਖਰੂਦੀਨ ਨਮਾਜ਼ ਅਤੇ ਰੋਜ਼ੇ ਦੇ ਇੰਨੇ ਪਾਬੰਦ ਸੀਗੇ ਕਿ ਉਹਨਾਂ ਨੇ ਜੀਵਨ ਕਾਲ ਵਿੱਚ ਸਿਰਫ 3 ਵਾਰ ਨਮਾਜ਼ ਨਹੀਂ ਪੜ੍ਹ ਸਕੇ। ਕਹਿਣ ਦਾ ਮਤਲਬ ਜਿਹੜੇ ਵੱਡੇ ਭਰਾ ਸੀਗੇ ਉਹ ਵੀ ਬਹੁਤ ਪਹੁੰਚੇ ਹੋਏ ਵਿਦਵਾਨ ਸੀਗੇ। ਉਹ ਆਪਣੇ ਨਿਯਮ ਦੇ ਇੰਨੇ ਪੱਕੇ ਸੀਗੇ। ਉਹ ਰੋਜ਼ੇ ਤੇ ਨਮਾਜ਼ ਜਿਹੜੇ ਪੜ੍ਹਦੇ ਆ ਦਿਨ ਦੇ ਵਿੱਚ 5 ਵਾਰੀ, ਉਹ ਉਹਨੇ ਜੀਵਨ ਕਾਲ ਦੇ ਵਿੱਚ ਸਿਰਫ 3 ਵਾਰੀ ਨਹੀਂ ਪੜ੍ਹੀ, ਬਾਕੀ ਹਰ ਰੋਜ਼ ਪੜ੍ਹਦੇ ਸੀਗੇ। ਤਾਂ ਇੰਨਾ ਪੱਕਾ ਬੰਦਾ ਕੋਈ ਨਹੀਂ ਹੁੰਦਾ ਨਿਯਮ ਦਾ। ਤਾਂ ਆਪਾਂ ਤਾਂ ਦੇਖੋ ਜਿਵੇਂ ਘੋਲ ਕਰ ਜਾਂਦੇ ਆ, ਜਿਵੇਂ ਮੈਂ ਵੀ ਇੱਕ ਅੰਮ੍ਰਿਤਧਾਰੀ ਹਾਂ, ਨਿਤਨੇਮ ਕਰਨਾ ਹੁੰਦਾ, ਕਈ ਵਾਰ ਨਹੀਂ ਹੁੰਦਾ ਕੰਮਾਂ ਕਾਰਾਂ ਦੇ ਵਿੱਚ। ਪਰ ਕਈ ਬੰਦੇ ਬਹੁਤ ਪਾਬੰਦ ਹੁੰਦੇ ਆ ਰਾਜੇ, ਰੋਟੀ ਖਾਣਾ ਭੁੱਲ ਸਕਦੇ ਆ ਲੇਕਿਨ ਨਿਤਨੇਮ ਕਰਨਾ ਨਹੀਂ ਭੁੱਲਦੇ। ਤੇ ਪਰਮਾਤਮਾ ਮਿਹਰ ਕਰੇ ਸਾਡੇ ਵਰਗੇ ਪਾਪੀਆਂ ਤੇ ਵੀ। ਤਾਂ ਨੈਕਸਟ ਅਗਰ ਆਪਾਂ ਗੱਲ ਕਰੀਏ ਰਾਜੇ, ਖਵਾਜਾ ਜਿਹੜੇ ਫਖਰੂਦੀਨ ਆ ਰਾਜੇ 53 ਸਾਲ ਦੀ ਉਮਰ ਬਤੀਤ ਕਰਕੇ ਇਹਨਾਂ ਨੇ ਸਰੀਰ ਤਿਆਗਿਆ ਸੀ ਆਪਣਾ। ਠੀਕ ਹੈ ਜੀ। ਤਾਂ ਇਹਨਾਂ ਦੀ ਜਿਹੜੀ ਮੌਤ ਹੈ ਮਤਲਬ ਕਿ ਹੋਈ ਹੈ, ਫਰੀਦ ਜੀ ਨੇ 28 ਸਾਲ ਦੀ ਉਮਰ ਦੇ ਵਿੱਚ ਗੱਦੀ ਦੀ ਪ੍ਰਾਪਤੀ ਕੀਤੀ। ਇਹ ਮੈਂ ਗੱਲ ਜਿਹੜੀ ਕੀਤੀ ਹੈ ਨਾ ਰਾਜੇ ਖਵਾਜਾ ਫਖਰੂਦੀਨ, ਇਹ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਇਹਨਾਂ ਦੇ ਜਿਹੜੇ ਗੁਰੂ ਹੋਏ ਨੇ, ਵੱਡੇ ਭਰਾਤਾ ਹੋਏ ਨੇ, ਉਹਨਾਂ ਦੀ ਗੱਲ ਕਰ ਰਿਹਾ। ਤਾਂ ਇਹਦੇ ਕੋਰਿਲੇਟ ਨਹੀਂ ਕਰਨਾਗਾ। ਧਿਆਨ ਰੱਖਣਾ ਕਿ ਜਿਹੜੇ ਇਹਨਾਂ ਦੇ ਵੱਡੇ ਭਰਾ ਸੀਗੇ, ਪਹਿਲਾਂ ਮਾਮਾ ਜੀ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਵੱਡੇ ਭਰਾ ਜੀ ਦੀ ਡੈਥ ਹੋ ਜਾਂਦੀ ਹੈ 54 ਸਾਲ ਦੀ ਉਮਰ ਦੇ ਵਿੱਚ। ਫਿਰ ਇਹਨਾਂ ਤੋਂ ਬਾਅਦ ਜਿਹੜੀ ਗੱਦੀ ਮਿਲਦੀ ਹੈ ਰਾਜੇ ਇਹਨਾਂ ਨੂੰ ਮਿਲਣੀ ਹੈ, ਕਿਉਂਕਿ ਇਹ ਕੀ ਨੇ, ਉਹਨਾਂ ਦੇ ਮੁਰਸ਼ਿਦ ਨੇ, ਉਹਨਾਂ ਦੇ ਚੇਲੇ ਨੇ। ਤਾਂ ਹੁਣ ਕਿਹਨੂੰ ਮਿਲੀ ਹੈ ਗੱਦੀ? ਖਵਾਜਾ ਗੁਲਾਮ ਫਰੀਦ ਜੀ ਨੂੰ 28 ਸਾਲ ਦੀ ਉਮਰ ਵਿੱਚ ਗੱਦੀ ਮਿਲ ਗਈ ਸੀਗੀ। ਤਾਂ ਜਿਹੜੀ ਇਹਨਾਂ ਦੀ ਜਿਹੜੀ ਗੱਦੀ ਨਸ਼ੀਨ ਹੋਈ ਹੈ, ਗੱਦੀ ਨਸ਼ੀਨ ਦਾ ਮਤਲਬ ਹੁੰਦਾ ਤਿਲਕ ਵਗੈਰਾ ਕਰਦੇ ਆ, ਗੱਦੀ ਰਸਮ ਕਰਦੇ, ਦਸਤਾਰਬੰਦੀ ਕਰਦੇ ਆ, ਉਹ ਬਹਾਵਲਪੁਰ ਵਿੱਚ ਹੀ ਹੋਈ ਸੀਗੀ। ਤਾਂ ਉਸ ਟਾਈਮ ਤੇ ਨਵਾਬ ਹੁੰਦੇ ਸੀਗੇ ਰਾਜੇ, ਉੱਥੋਂ ਦੇ ਨਵਾਬ ਸਾਦਿਕ ਮੁਹੰਮਦ ਖਾਨ ਰਾਬੀਆਂ, ਇਹਨਾਂ ਨੇ ਚਾਚਣਾ ਪਹੁੰਚ ਕੇ ਆਪ ਜੀ ਦੀ ਦਸਤਾਰਬੰਦੀ ਦੀ ਰਸਮ ਕੀਤੀ। ਪਰ ਉਹ ਨਵਾਬ ਇਹਨਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵਾਪਸ ਨਹੀਂ ਗਿਆ। ਠੀਕ ਹੈ ਜੀ। ਉਹ ਇਹਨਾਂ ਦਾ ਕੀ ਬਣ ਗਿਆ? ਮੁਰੀਦ ਬਣ ਗਿਆ, ਚੇਲਾ ਬਣ ਗਿਆ। ਤਾਂ ਕਹਿਣ ਦਾ ਮਤਲਬ ਇਹ ਵੀ ਬਹੁਤ ਪਹੁੰਚੀ ਵਾਲੇ ਸੀਗੇ, ਕਰਮੀ ਵਾਲੇ ਸੀਗੇ। ਠੀਕ ਹੈ ਜੀ, ਖਵਾਜਾ ਗੁਲਾਮ ਫਰੀਦ ਜੀ। ਤਾਂ ਗੁਲਾਮ ਫਰੀਦ ਜੀ ਨੇ ਕਹਿੰਦੇ ਜੀ ਆਮ ਮਨੁੱਖਾਂ ਵਾਂਗ ਹੀ ਜੀਵਨ ਬਤੀਤ ਕੀਤਾ, ਪਰ ਕੁਝ ਟਾਈਮ ਵਾਸਤੇ ਕੀ ਬਣ ਗਏ ਸੀਗੇ ਇਹ ਰਾਜੇ? ਫਕੀਰ ਬਣ ਗਏ ਸੀ, ਸੰਸਾਰ ਤੋਂ ਬੇਮੁਖ ਹੋ ਗਏ ਸੀਗੇ। ਰੋਹੀ ਦਾ ਮਤਲਬ ਹੁੰਦਾ ਕੁਟੀਆ ਜਾਂ ਐ ਕਹਿ ਲਓ ਜੰਗਲ, ਉੱਥੇ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ ਸੀਗਾ। ਪਰ ਛੇਤੀ ਕੀ ਹੈਗੇ, ਦੁਨਿਆਵੀ ਜੀਵਨ ਵੱਲ ਵਾਪਸ ਆ ਗਏ ਸੀਗੇ। ਤਾਂ ਆਪ ਜੀ ਦੀਆਂ ਵੀ 2 ਸੰਤਾਨਾਂ ਸਨ, ਇੱਕ ਧੀ ਤੇ ਇੱਕ ਲੜਕਾ। ਹੁਣ ਲੜਕੇ ਦਾ ਨਾਮ ਤਾਂ ਮਸ਼ਹੂਰ ਆ ਰਾਜੇ, ਮਸ਼ਹੂਰ ਕਹਿ ਲਓ ਜਾਂ ਪ੍ਰਸਿੱਧ ਹੈ, ਜਿਹਦਾ ਨਾਮ ਸੀਗਾ ਮੁਹੰਮਦ ਬਖਸ਼ ਨਾਜ਼ਕ, ਕਿਉਂਕਿ ਅੱਗੇ ਜਾ ਕੇ ਇਹੀ ਕੀ ਬਣਦੇ ਨੇ, ਇਹਨਾਂ ਦੇ ਚੇਲੇ ਬਣਦੇ ਨੇ। ਠੀਕ ਹੈ, ਜੋ ਆਪ ਜੀ ਦਾ ਉੱਤਰਾਧਿਕਾਰੀ ਬਣਿਆ, ਅੱਗੇ ਗੱਦੀ ਇਹਨਾਂ ਨੂੰ ਮਿਲਦੀ ਹੈ, ਮੁਹੰਮਦ ਬਖਸ਼ ਨਾਜ਼ਕ ਨੂੰ ਮਿਲਦੀ ਹੈ। ਤਾਂ ਇਹ ਸੀਗਾ ਜੀ ਗੱਲਬਾਤ। ਕਹਿੰਦੇ ਜੀ ਆਪ ਜੀ ਨੂੰ ਮੁਲਤਾਨੀ, ਅਰਬੀ, ਫਾਰਸੀ, ਹਿੰਦੀ ਅਤੇ ਬ੍ਰਿਜੀ ਦਾ ਵੀ ਗਿਆਨ ਸੀਗਾ। ਤੇ ਆਪ ਜੀ ਨੇ ਬਾਅਦ ਦੇ ਵਿੱਚ ਅੰਗਰੇਜ਼ੀ ਵੀ ਸਿੱਖ ਲਈ ਸੀ, ਅੰਗਰੇਜ਼ੀ ਦੀ ਵਰਣਮਾਲਾ ਵੀ ਸਿੱਖ ਲਈ ਸੀਗੀ ਖਵਾਜਾ ਗੁਲਾਮ ਫਰੀਦ ਜੀ ਨੇ। ਹੁਣ ਤੁਹਾਡੇ ਵਾਸਤੇ ਇੱਕ ਹੋਰ ਮਹੱਤਵਪੂਰਨ ਪੁਆਇੰਟ ਨਿਕਲ ਕੇ ਆਉਂਦਾ, ਉਹ ਆਉਂਦਾ ਵੀ ਗੁਲਾਮ ਫਰੀਦ ਜੀ ਨੇ 272 ਕਾਫੀਆਂ ਲਿਖੀਆਂ। ਇਸ ਤੋਂ ਇਲਾਵਾ ਦੋਹੜੇ, ਠੀਕ ਹੈ ਜੀ, ਉਰਦੂ ਦੇ ਗਜ਼ਲਾਂ ਵੀ ਲਿਖੀਆਂ। ਪਰ ਹੁਣ ਤੱਕ ਦੀਆਂ ਸਭ ਤੋਂ ਵੱਧ ਕਾਫੀਆਂ ਲਿਖਣ ਵਾਲਾ ਇਹ ਪਹਿਲਾ ਕਵੀ ਹੈ। ਤੇ ਜੇ ਗੱਲ ਕਰੀਏ ਵੀ ਸਭ ਤੋਂ ਪਹਿਲਾਂ ਕਾਫੀ ਕਿਹਨੇ ਲਿਖੀ ਹੈ, ਤਾਂ ਸ਼ਾਹ ਹੁਸੈਨ ਨੇ ਲਿਖੀ ਸੀ। ਤੁਹਾਨੂੰ ਮੈਂ ਪੜ੍ਹਾਇਆ ਸੀ, ਕੁਐਸਚਨ ਆਇਆ ਹੋਇਆ। ਤੇ ਸਭ ਤੋਂ ਵੱਧ ਕਿੰਨੀਆਂ ਲਿਖੀਆਂ ਨੇ? ਸਭ ਤੋਂ ਵੱਧ ਲਿਖੀਆਂ ਨੇ ਖਵਾਜਾ ਗੁਲਾਮ ਫਰੀਦ ਜੀ ਨੇ। ਤਾਂ ਗੁਲਾਮ ਫਰੀਦ ਜੀ ਇੱਕ ਲੋਕ ਕਵੀ ਹੋਏ ਨੇ ਰਾਜੇ। ਸਭ ਤੋਂ ਵੱਧ ਇਹਨਾਂ ਦੀਆਂ ਕਾਫੀਆਂ ਮਿਲਦੀਆਂ ਨੇ। ਆਪ ਜੀ ਨੇ 272 ਕਾਫੀਆਂ ਲਿਖੀਆਂ, ਸਭ ਤੋਂ ਵੱਧ ਹੁਣ ਤੱਕ ਦੀ। ਠੀਕ ਹੈ ਜੀ, ਗਿਣਤੀ ਦੇ ਪੱਖੋਂ। ਤੇ ਯਾਦ ਰੱਖ ਲਿਓ, ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਕਹਿੰਦਾ ਜੀ ਆਪ ਜੀ ਦੀ ਜਿਹੜੀਆਂ ਕਾਫੀਆਂ ਹੈਗੀਆਂ, ਉਹਦੀ ਜ਼ਿਆਦਾਤਰ ਜਿਹੜੀ ਭਾਸ਼ਾ ਮਿਲਦੀ ਹੈ ਰਾਜੇ, ਕਿਹੜੀ ਮਿਲਦੀ ਹੈ? ਮੁਲਤਾਨੀ ਮਿਲਦੀ ਹੈ। ਇਹ ਵੀ ਯਾਦ ਰੱਖਣਾ ਤੁਸੀਂ ਐਗਜ਼ਾਮ ਵਾਸਤੇ। ਤੇ ਖਵਾਜਾ ਸਾਹਿਬ ਨੇ ਕਹਿੰਦੇ ਜੀ 24 ਜਨਵਰੀ 1901 ਨੂੰ 60 ਸਾਲ ਦੀ ਉਮਰ ਵਿੱਚ ਸੰਸਾਰ ਨੂੰ ਅਲਵਿਦਾ ਕਹਿਤਾ ਸੀਗਾ। ਤਾਂ ਇਹ ਸੀਗਾ ਜੀ ਇਹਨਾਂ ਦਾ ਜੀਵਨ ਕਾਲ। ਕਹਿੰਦੇ ਜੀ 19ਵੀਂ ਸਦੀ ਦੇ ਇੱਕ ਉੱਚ ਪਾਏ ਦੇ ਸੂਫੀ ਸੰਤ ਹੋਏ ਨੇ। ਤੇ ਆਖਰੀ ਸਮੇਂ ਆਪ ਜੀ ਦੇ ਜ਼ੁਬਾਨ ਦੇ ਉੱਪਰ ਕਿਹੜੇ ਸ਼ਬਦ ਸਨ? ਇਹਨਾਂ ਦੇ ਜ਼ੁਬਾਨ ਤੇ ਸੀਗਾ, ਗੁਜ਼ਰਿਆ ਵੇਲਾ ਅਸਲ ਖੇਲਣ ਦਾ, ਆਇਆ ਵਕਤ ਫਰੀਦ ਚੱਲਣ ਦਾ, ਔਖਾ ਪੈਂਡਾ ਦੋਸਤ ਮਿਲਤ ਦਾ, ਜਾਂ ਲਬਾਂ ਪਰ ਆਂਦੀ ਹੈ। ਤਾਂ ਕਹਿਣ ਦਾ ਮਤਲਬ ਸੰਸਾਰ ਨੂੰ ਅਲਵਿਦਾ ਕਹਿਤਾ, ਜਾਣ ਦਾ ਟਾਈਮ ਆ ਗਿਆ। ਤਾਂ ਇਹ ਸੀਗੇ ਜੀ ਅੱਜ ਦੇ ਆਪਣੇ 3 ਮਹਾਨ ਸੂਫੀ ਕਵੀ, ਜਿਨ੍ਹਾਂ ਦੇ ਬਾਰੇ ਆਪਾਂ ਬਹੁਤ ਡਿਟੇਲ ਦੇ ਵਿੱਚ ਪੜ੍ਹਿਆ। ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਬੇਟਾ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਆਪਣੇ ਚੈਨਲ ਬਾਰੇ, ਫ੍ਰੀ ਦੇ ਵਿੱਚ ਤਿਆਰੀ ਕਰਨੀ ਹੈ ਉਹਨਾਂ ਨੇ ਕਿਵੇਂ ਕਰਨੀ ਹੈ। ਕਿਉਂਕਿ ਬਹੁਤ ਸਾਰੇ ਬੱਚੇ ਪੇਡ ਦੇ ਚੱਕਰਾਂ ਵਿੱਚ ਫਸੇ ਹੋਏ ਆ,
ਔਖੇ ਸੌਖੇ ਹੋ ਕੇ ਰਾਜੇ, ਕਿਉਂਕਿ ਕੱਲ ਪਰਸੋਂ ਇੱਕ ਮੈਨੂੰ ਮੈਸੇਜ ਆਇਆ ਸੀ ਕਿ ਇੱਕ ਬੱਚਾ ਹੈ ਵਿਚਾਰਾ, ਚਲੋ ਮੈਂ ਨਾਮ ਨਹੀਂ ਸ਼ੇਅਰ ਕਰਦਾ, ਬਹੁਤ ਮਾੜੇ ਹਾਲਾਤਾਂ ਦੇ ਵਿੱਚ ਉਹਨੇ ਕਿਸੇ ਤੋਂ ਕੋਰਸ ਖਰੀਦਿਆ, ਕਿਸੇ ਵੱਡੀ ਅਕੈਡਮੀ ਤੋਂ, ਉਹਨੇ ਆਪਣੀ ਬਾਈਕ ਵੇਚਤੀ, ਸਭ ਕੁਝ ਵੇਚਤਾ, ਉਹਦੇ ਮਦਰ ਫਾਦਰ ਵੀ ਨਹੀਂ ਹੈਗੇਗੇ। ਤਾਂ ਇਹ ਚੀਜ਼ਾਂ ਸੁਣ ਕੇ ਦੁੱਖ ਲੱਗਦਾ ਹੈ। ਤਾਂ ਹੀ ਕਹਿੰਦਾ ਬੇਟੇ, ਵੱਧ ਤੋਂ ਸ਼ੇਅਰ ਕਰਨ ਦਾ ਮਤਲਬ ਮਕਸਦ ਸਿਰਫ ਇਹੀ ਹੁੰਦਾ, ਆਪਾਂ ਨੂੰ ਕੋਈ ਵਿਊਜ਼ ਦਾ ਚੱਕਰ ਨਹੀਂ ਹੈਗਾ। ਵਿਊਜ਼ ਪ੍ਰਮਾਤਮਾ ਵੱਲੋਂ ਬਹੁਤ ਨੇ, ਅਸਲੀ ਵਿਊਜ਼ ਤਾਂ ਤੁਸੀਂ ਹੋ। ਜਦੋਂ ਤੁਸੀਂ ਨੌਕਰੀ ਲੱਗ ਕੇ ਮੈਨੂੰ ਮੈਸੇਜ ਕਰਦੇ ਹੋ, ਉਹ ਅਸਲੀ ਵਿਊਜ਼ ਨੇ, ਠੀਕ ਹੈ। ਅਸਲੀ ਕਮਾਈ ਉਹ ਹੈ ਜਿਹੜੀ ਤੁਸੀਂ ਪ੍ਰਾਈਜ਼ਲੈਸ ਮੈਨੂੰ ਦੁਆਵਾਂ ਦਿੰਦੇ ਆ। ਤਾਂ ਰੋਟੀ ਤਾਂ ਸਾਰੇ ਹੀ ਖਾ ਰਹੇ ਨੇ ਰਾਜੇ, ਰੋਟੀ ਪਹਿਲਾਂ ਵੀ ਖਾ ਰਹੇ ਜਦੋਂ ਆਪਣਾ ਚੈਨਲ ਨਹੀਂ ਸੀਗਾ। ਤਾਂ ਕਹਿਣ ਦਾ ਮਤਲਬ ਸ਼ੇਅਰ ਮੈਂ ਤਾਂ ਕਹਿਣਾ ਹੁੰਦਾ, ਵੱਧ ਤੋਂ ਵੱਧ ਸ਼ੇਅਰ, ਜਿੱਥੇ ਵੀ ਤੁਹਾਨੂੰ ਗਰੁੱਪ ਮਿਲਦਾ ਸ਼ੇਅਰ ਕਰਦਿਆ ਕਰੋ, ਕਿਉਂਕਿ ਬਹੁਤ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫ੍ਰੀ ਦੇ ਵਿੱਚ ਵੀ ਕੋਈ ਕਰਵਾ ਰਿਹਾ, ਠੀਕ ਹੈ। ਕਿਉਂਕਿ ਬਹੁਤ ਘੱਟ ਨੇ, ਮੈਂ ਤਾਂ ਕਹਿੰਦਾ ਵੀ ਬਹੁਤ ਹਰ ਇੱਕ ਟੀਚਰ, ਹਰ ਇੱਕ ਇੰਸਟੀਚਿਊਟ ਘੱਟੋ ਘੱਟ ਜੇ ਪੇਡ ਕੋਰਸ ਲਾਂਚ ਕਰਦਾ ਤਾਂ ਜਿਵੇਂ 2 ਪੇਡ ਕੋਰਸਾਂ ਵਿੱਚ ਇੱਕ ਫ੍ਰੀ ਕੋਰਸ ਵੀ ਲਾਂਚ ਕਰਿਆ ਕਰੇ, ਤਾਂ ਜੋ ਜਿਹੜੇ ਬੱਚੇ ਵਿਚਾਰੇ ਨਹੀਂ ਖਰੀਦ ਸਕਦੇ ਪੇਡ ਕੋਰਸ, ਉਹਨਾਂ ਦਾ ਭਲਾ ਹੋ ਸਕੇ ਤੇ ਉਹ ਵੀ ਨੌਕਰੀ ਲੱਗ ਸਕਣ ਤੇ ਆਪਣੇ ਘਰ ਦੇ ਹਾਲਾਤ ਸੁਧਾਰ ਸਕਣ। ਕਿਉਂਕਿ ਬੇਟਾ ਬਹੁਤ ਸਾਰੇ ਬੱਚਿਆਂ ਦੇ ਇੰਨੇ ਹਾਲਾਤ ਮਾੜੇ ਨੇ ਕਿ ਉਹਨਾਂ ਦੇ ਘਰ ਇੱਕ ਟਾਈਮ ਰੋਟੀ ਵੀ ਨਹੀਂ ਪੱਕਦੀ। ਕਿਉਂਕਿ ਮੇਰੇ ਕੋਲ ਤਾਂ ਦੇਖੋ, ਮੈਂ ਇੱਕ ਸਿੰਗਲ ਸੋਰਸ ਹਾਂ, ਸਾਰੇ ਮੈਨੂੰ ਮੈਸੇਜ ਕਰਦੇ ਆ, ਤਾਂ ਮੇਰੇ ਕੋਲੇ ਕੁਝ ਅਜਿਹੀਆਂ ਗੱਲਾਂ ਆਉਂਦੀਆਂ ਜਾਂ ਇਹ ਜਿਹੇ ਹਾਲਾਤ ਆਉਂਦੇ ਜਿਹਨੂੰ ਸੁਣ ਕੇ ਮੇਰੇ ਵੀ ਮਨ ਦੇ ਵਿੱਚ ਬਹੁਤ ਸਾਰਾ, ਮੈਂ ਵੀ ਡਿਸਟਰਬ ਹੋ ਜਾਂਦਾ ਕਿ ਕਿੰਨੇ ਮਾੜੇ ਹਾਲਾਤ ਹੈ। ਪ੍ਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਬੇਟਾ, ਹੋਰ ਕੀ ਕਰ ਸਕਦੇ ਹਾਂ। ਜਿੰਨੀ ਕੁ ਉਹਨਾਂ ਨੇ ਬੁੱਧੀ ਬਖਸ਼ੀ ਹੈ, ਆਪਣੀ ਬੁੱਧੀ ਦੇ ਅਨੁਸਾਰ ਸੇਵਾ ਕਰ ਰਹੇ ਹਾਂ। ਤਾਂ ਪ੍ਰਮਾਤਮਾ ਕਰੇ ਜਿਹੜੀ ਆਪਣੀ ਫੈਮਿਲੀ ਹੈਗੀ ਰਾਜੇ ਹੋਰ ਵੱਡੀ ਹੋ ਜਾਏ, ਵੱਧ ਤੋਂ ਵੱਧ ਬੱਚੇ ਆਪਣੇ ਨਾਲ ਜੁੜ ਜਾਣ। ਕਿਉਂਕਿ ਆਪਾਂ ਕੀ ਕਰਾਵਾਂਗੇ, ਬੱਚਿਆਂ ਦੀ ਹੈਲਪ ਵਾਸਤੇ ਹੀ ਕਰਵਾ ਰਹੇ ਹਾਂ, ਚਾਹੇ ਉਹ ਪੰਜਾਬ ਜੀਕੇ ਹੈ, ਚਾਹੇ ਉਹ ਪੰਜਾਬੀ ਗ੍ਰਾਮਰ ਹੈ ਰਾਜੇ, ਜਾਂ ਕੰਪਿਊਟਰ ਹੈ। ਤਾਂ ਫ੍ਰੀ ਦੇ ਵਿੱਚ ਆਪਾਂ ਸਭ ਕੁਝ ਕਰ ਸਕਦੇ ਹਾਂ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਠੀਕ ਹੈ ਜੀ। ਸ਼ੁਕਰੀਆ ਬੇਟਾ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।